ਪਹਿਲਾਂ ਪਾਉਂਦਾ, ਪਰ ਕਹਿੰਦੇ ਤੇਰਾ ਜਿਹੜਾ ਅੰਦਰਲਾ ਮਨ ਰੂਪੀ ਮੋਰ ਹੈ ਇਹ ਹਜੇ ਪਹਿਲਾਂ ਪਾ ਨਹੀਂ ਰਿਹਾ। ਇਹ ਰੋਜ਼ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਆਉਂਦਾ ਹੈ, ਗੁਰੂ ਦੇ ਸਾਹਮਣੇ ਖੜਦਾ ਹੈ, ਗੁਰੂ ਨੂੰ ਆਪਣਾ ਮਸਤਕ ਵੀ ਰੱਖਦਾ ਚਰਨਾਂ ਦੇ ਵਿੱਚ, ਪਰ ਹਾਲੇ ਤੱਕ ਮੋਰ ਮਨ ਰੂਪੀ ਮੋਰ ਪਹਿਲਾਂ ਨਹੀਂ ਪਾਉਂਦਾ, ਇਹ ਬਾਹਰ ਭੱਜਿਆ ਫਿਰਦਾ। ਮੇਰੇ ਕਹਿਣ ਤੋਂ ਭਾਵ ਕਿ ਮਨ ਰੂਪੀ ਮੋਰ ਨੇ ਹਜੇ ਇਬਾਦਤ ਦੇ ਰਾਹ ਤੇ ਤੁਰ ਕੇ ਪਰਮਾਤਮਾ ਦੇ ਪ੍ਰੇਮ ਰੂਪੀ ਗੀਤ ਗਾਉਣ ਦੀ ਆਰੰਭਤਾ ਨਹੀਂ ਕੀਤੀ। ਸੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਜੀਵ ਰੂਪੀ ਸਾਰੇ ਆਪਾਂ ਇਸਤਰੀਆਂ ਹਾਂ, ਇਸ ਕਰਕੇ ਮਹਾਰਾਜ ਨੇ ਭੈਣੇ ਸ਼ਬਦ ਦੀ ਵਰਤੋਂ ਕੀਤੀ ਔਰ ਬਚਨ ਕਰਦੇ ਨੇ ਕਿ ਕਾਲੀਆਂ ਘਟਾਵਾਂ ਨੂੰ ਵੇਖ ਕਰਕੇ ਸਾਵਣ ਦੇ ਮਹੀਨੇ ਦੇ ਵਿੱਚ ਜੋ ਮੋਰ ਹੈ ਬੜੇ ਹੀ ਚਾਅ ਦੇ ਨਾਲ ਪਹਿਲਾਂ ਪਾਉਣੀਆਂ ਕਰਦਾ ਹੈ। ਤੇਰੇ ਮੁੰਦ ਕਟਾਰੇ ਜੇ ਵਡਾ ਤਿਨ ਲੋਭੀ ਲੋਭ ਲੁਭਾਇਆ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਤੂੰ ਵੀ ਕਿਤੇ ਆਪਣੇ ਅੰਤਰਮੁਖੀ ਨੇਤਰਾਂ ਦੇ ਨਾਲ ਇਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕੁਦਰਤ ਨੂੰ ਵੇਖ। ਤੇਰੇ ਮੁੰਦ ਕਟਾਰੇ ਜੇ ਵੱਡਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕੁਦਰਤ ਦੇ ਵਿੱਚੋਂ ਪਰਮਾਤਮਾ ਦੇ ਨੇਤਰਾਂ ਨੂੰ ਵੇਖਣ ਦਾ ਯਤਨ ਕਰ। ਜਦੋਂ ਤੂੰ ਰੁੱਖਾਂ ਦੇ ਸਾਹਮਣੇ ਜਾਵੇਂ ਤੇ ਤੈਨੂੰ ਰੁੱਖਾਂ ਦੇ ਪੱਤਿਆਂ ਦੇ ਵਿੱਚੋਂ ਪਰਮਾਤਮਾ ਦੇ ਨੇਤਰ ਨਜ਼ਰ ਆਉਣ। ਜਦੋਂ ਤੂੰ ਦਰਿਆ ਦੇ ਕੋਲ ਜਾਵੇਂ ਤੇ ਦਰਿਆ ਦੇ ਵਿੱਚ ਵਹਿ ਰਹੇ ਪਾਣੀ ਦੇ ਵਿੱਚੋਂ ਵੀ ਤੈਨੂੰ ਪਰਮਾਤਮਾ ਦੀ ਮੂਰਤ ਨਜ਼ਰ ਆਵੇ। ਖਾਲਸਾ ਜੀ ਇਹ ਬਚਨ ਕਹਿ ਦੇਣੇ ਬੜੇ ਸੌਖੇ ਨੇ, ਸੁਣ ਲੈਣੇ ਬੜੇ ਸੌਖੇ ਨੇ, ਪਰ ਕਮਾਉਣੇ ਬੜੇ ਔਖੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਇਹ ਸਿੱਖਿਆ ਮਿਲਦੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰਾਂ ਦੇ ਵਿੱਚ ਐਸਾ ਵਿਰਾਗ ਪ੍ਰੇਮ ਹੁੰਦਾ ਸੀ ਕਿ ਜੇ ਮਹਾਰਾਜ ਸੱਚੇ ਪਾਤਸ਼ਾਹ ਰੁੱਖਾਂ ਦੇ ਪੱਤਿਆਂ ਨੂੰ ਵੀ ਦੇਖਦੇ ਸਨ ਤੇ ਸਤਿਗੁਰੂ ਕਹਿ ਦਿੰਦੇ ਸਨ, ਜਲਸ ਤੁਹੀਂ ਥਲਸ ਤੁਹੀਂ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਸਨ, ਪੱਤਿਆਂ ਵਿੱਚ ਵੀ ਤੂੰ ਹੀ ਆ, ਦੂਸਰਾ ਨਹੀਂ। ਦਰਿਆ ਦੇ ਵਿੱਚ ਵਹਿ ਰਿਹਾ ਜਿਹੜਾ ਪਾਣੀ ਹੈ, ਜਲ ਹੈ, ਇਸ ਜਲ ਦੇ ਵਿੱਚ ਵੀ ਤੂੰ ਹੀ ਹੈ, ਕੋਈ ਦੂਸਰਾ ਨਹੀਂ। ਜਲੇ ਹੈ ਥਲੇ ਹੈ, ਹਰ ਇੱਕ ਕਣ ਕਣ ਦੇ ਵਿੱਚ ਸਗਲ ਬਨਸਪਤ ਮੈ ਬੈਸੰਤਰ, ਸਗਲ ਦੂਧ ਮੈ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਤਿਗੁਰੂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੋ ਕੁਦਰਤ ਹੈ, ਇਸ ਅਕਾਲ ਪੁਰਖ ਦੀ ਕੁਦਰਤ ਦੇ ਨਾਲ ਪ੍ਰੇਮ ਪਾ। ਇਸ ਸ਼ਬਦ ਦੇ ਵਿੱਚ ਵੈਸੇ ਸਤਿਗੁਰੂ ਨੇ ਇੱਕ ਅਧਿਆਤਮਕ ਮੰਡਲ ਦੀ ਯਾਤਰਾ ਕਰਨ ਵਾਲੇ ਸੱਜਣ ਦੀ ਅਵਸਥਾ ਦੱਸੀ ਹੈ। ਸਤਿਗੁਰੂ ਨੇ ਕਿਹਾ ਜਿਹੜਾ ਰੱਬ ਦਾ ਪਿਆਰਾ ਨਾ, ਜਿਹੜਾ ਬੰਦਗੀ ਕਰਦਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਕਹਿੰਦੇ ਨੇ ਉਹਦੇ ਇਹ ਮਨ ਦੀ ਅਵਸਥਾ ਏ ਕਿ ਜੋ ਕੁਦਰਤ ਦੇ ਵਿੱਚੋਂ ਪਰਮਾਤਮਾ ਦੇ ਨੇਤਰਾਂ ਨੂੰ ਤੱਕਦਾ ਹੈ ਤੇ ਇਹ ਗੱਲ ਕਹਿੰਦਾ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੀ ਕੁਦਰਤ ਨੇ ਮੇਰੇ ਮਨ ਨੂੰ ਮੋਹ ਲਿਆ, ਮੈਨੂੰ ਤੇਰੀ ਕੁਦਰਤ ਵੇਖ ਕੇ ਵੀ ਤੂੰ ਹੀ ਨਜ਼ਰ ਆਉਂਦਾ, ਦੂਜਾ ਚੇਤੇ ਨਹੀਂ ਆਉਂਦਾ। ਮੈਂ ਜੇ ਸੰਸਾਰ ਦੇ ਜੀਵਾਂ ਨੂੰ ਵੇਖਦਾ ਤੇ ਪਰਮਾਤਮਾ ਮੈਨੂੰ ਤੂੰ ਹੀ ਨਜ਼ਰ ਆਉਂਦਾ, ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਜੇ ਅਸੀਂ ਭਗਤ ਨਾਮਦੇਵ ਜੀ ਦੇ, ਭਗਤ ਕਬੀਰ ਜੀ ਦੇ, ਭਗਤ ਫਰੀਦ ਜੀ ਦੇ, ਭਗਤ ਤਰਲੋਚਨ ਜੀ ਦੇ, ਸਮੁੱਚੇ ਭਗਤ ਸਾਹਿਬਾਨਾਂ ਦੇ ਜੀਵਨ ਨੂੰ ਜੇਕਰ ਵਾਚਾਂਗੇ ਨਾ, ਇੱਕ ਸਿੱਖਿਆ ਮਿਲੇਗੀ ਕਿ ਉਹਨਾਂ ਨੇ ਰੱਬ ਦੇ ਨਾਲ ਪ੍ਰੇਮ ਪਾਉਣ ਤੋਂ ਪਹਿਲਾਂ ਰੱਬ ਦੇ ਬੰਦਿਆਂ ਦੇ ਨਾਲ ਤੇ ਰੱਬ ਦੀ ਬਣਾਈ ਹੋਈ ਕੁਦਰਤ ਦੇ ਨਾਲ ਪ੍ਰੇਮ ਪਾਇਆ। ਰੱਬ ਦੇ ਨਾਲ ਉਦੋਂ ਤੱਕ ਪ੍ਰੇਮ ਨਹੀਂ ਪੈ ਸਕਦਾ ਜਦੋਂ ਤੱਕ ਰੱਬ ਦੀ ਬਣਾਈ ਕੁਦਰਤ ਦੇ ਨਾਲ, ਰੱਬ ਦੇ ਬਣਾਏ ਹੋਏ ਬੰਦਿਆਂ ਦੇ ਨਾਲ ਪ੍ਰੇਮ ਨਾ ਪਵੇ। ਕਿਉਂਕਿ ਜਦੋਂ ਰੱਬ ਦੇ ਬਣਾਏ ਬੰਦਿਆਂ ਨਾਲ ਪ੍ਰੇਮ ਪੈ ਜਾਵੇਗਾ, ਫਿਰ ਖਾਲਸਾ ਜੀ ਈਰਖਾ ਦੂਰ ਹੋ ਜਾਵੇਗੀ, ਹਉਮੈ ਦੂਰ ਹੋ ਜਾਵੇਗੀ, ਹੰਗਤਾ ਦੂਰ ਹੋ ਜਾਵੇਗੀ, ਤੇ ਉਦੋਂ ਹੀ ਅਕਾਲ ਪੁਰਖ ਨਾਲ ਪ੍ਰੇਮ ਪੈ ਸਕਦਾ ਜਦੋਂ ਅੰਦਰੋਂ ਹਉਮੈ ਮਰ ਜਾਵੇ, ਹੰਕਾਰ ਮੁੱਕ ਜਾਵੇ। ਸੋ ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਸੱਜਣ ਦੇ ਅੰਦਰ ਦੀ ਅਵਸਥਾ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੇ ਵਿੱਚੋਂ ਪਰਮਾਤਮਾ ਦੇ ਨਿਰੰਕਾਰ ਸਰੂਪ ਨੂੰ ਤੱਕਦਾ, ਅਕਾਲ ਪੁਰਖ ਵਾਹਿਗੁਰੂ ਨੂੰ ਤੱਕਦਾ, ਤੇ ਉਹਦਾ ਮਨ ਮੋਹਿਆ ਜਾਂਦਾ ਪਰਮਾਤਮਾ ਦੇ ਚਰਨਾਂ ਵਿੱਚ। ਤੇਰੇ ਦਰਸ਼ਨ ਵਿਟੋਂ ਖਨੀਏ ਵੰਝਾਂ, ਤੇਰੇ ਨਾਮ ਵਿਟੋਂ ਕੁਰਬਾਨੋ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਦੇ ਵਿੱਚ ਜਿਹੜਾ ਸੱਜਣ ਜੁੜਿਆ, ਜਿਹੜਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਉਹਦੇ ਮਨ ਦੀ ਇਹ ਅਵਸਥਾ ਹੁੰਦੀ ਖਾਲਸਾ ਜੀ
ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਕੀਤੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ। ਜੋ ਆਪਾਂ ਰੋਜ਼ਾਨਾ ਭਾਵੇਂ ਨਿਤਨੇਮ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ। ਪਰ ਅੱਜ ਤੇ ਕਿਤਨੀਆਂ ਘੜੀਆਂ ਬਤੀਤ ਹੋ ਜਾਂਦੀਆਂ ਪਰ ਫਿਰ ਵੀ ਕਦੇ ਜਾਪਦਾ ਹੀ ਨਹੀਂ ਕਿ ਕਲਯੁਗ ਆ ਗਿਆ। ਭਾਵ ਨਿਤਨੇਮ ਕੀਤਿਆਂ ਨੂੰ ਉਮਰਾਂ ਬਤੀਤ ਹੋ ਜਾਂਦੀਆਂ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਿਆਂ ਨੂੰ ਉਮਰਾਂ ਬੀਤ ਜਾਂਦੀਆਂ, ਕਦੇ ਚੌਂਕੜਾ ਲਾ ਕਰਕੇ ਮਨ ਦੀ ਸੰਗਤ ਦੇ ਨਾਲ ਅਭਿਆਸ ਨਹੀਂ ਕੀਤਾ ਹੁੰਦਾ, ਪਰ ਵਿਛੋੜੇ ਦਾ ਪਤਾ ਨਹੀਂ ਲੱਗਦਾ ਕਿ ਆਤਮਾ ਦਾ ਪਰਮਾਤਮਾ ਤੋਂ ਵਿਛੋੜਾ ਪਿਆ। ਪਰ ਸਤਿਗੁਰੂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਹੜੇ ਰੰਗੇ ਹੋਏ ਸੱਜਣ ਨੇ, ਉਹਨਾਂ ਦੇ ਇਹ ਮਨ ਦੀ ਅਵਸਥਾ ਹੈ। ਤੇਰੇ ਦਰਸ਼ਨ ਵਿਟਹੋ ਖੰਨੀਐ ਵੰਨਾ, ਤੇਰੇ ਨਾਮ ਵਿਟਹੋ ਕੁਰਬਾਨੋ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਉੱਤੋਂ ਕੁਰਬਾਨ ਜਾਂਦੇ ਨੇ। ਜਿਹੜਾ ਪਿਆਰ ਵਾਲੇ ਉਹ ਰੱਬ ਦਾ ਪਿਆਰਾ ਹੁੰਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਪ੍ਰੇਮ ਵਾਲਾ ਹੁੰਦਾ ਹੈ। ਉਹ ਆਪਣੇ ਪਿਆਰੇ ਦਾ ਨਾਮ ਜਦੋਂ ਸੁਣ ਲਵੇ ਨਾ, ਉਹ ਮਸਤੀ ਦੇ ਵਿੱਚ ਝੂਮਣ ਲੱਗ ਪੈਂਦਾ, ਉਹਨੂੰ ਸੰਸਾਰ ਦੀ ਦੁਨੀਆ ਭੁੱਲ ਜਾਂਦੀ ਹੈ। ਜੇ ਆਪਾਂ ਆਪਣੇ ਜੀਵਨ ਦੇ ਵਿੱਚ ਅਨੁਭਵ ਕਰਕੇ ਵੇਖੀਏ, ਜਦੋਂ ਹੱਥ ਦੇ ਵਿੱਚ ਨਿਤਨੇਮ ਦੀ ਪੋਥੀ ਪਕੜਦੇ ਆ, ਪ੍ਰੇਮ ਦੀ ਨਿਸ਼ਾਨੀ ਕੀ ਹੈ, ਇਬਾਦਤ ਦੀ ਨਿਸ਼ਾਨੀ ਕੀ ਹੈ। ਹੱਥ ਦੇ ਵਿੱਚ ਨਿਤਨੇਮ ਦੀ ਪੋਥੀ ਪਕੜੀ ਹੋਵੇ, ਜਪਜੀ ਸਾਹਿਬ ਕਰ ਰਹੀਏ, ਜਪਜੀ ਸਾਹਿਬ, ਜਾਪ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਅਸੀਂ ਕਰ ਰਹੇ ਹੋਈਏ, ਤਾਂ ਖਾਲਸਾ ਜੀ ਜੇ ਪਾਠ ਕਰਦੇ ਹੋਏ ਸੁਰਤ ਬਾਹਰ ਨੂੰ ਜਾਵੇ ਤੇ ਸਮਝ ਲਓ ਹਜੇ ਪ੍ਰੇਮ ਨਹੀਂ ਪਿਆ। ਪ੍ਰੇਮ ਦੀ ਨਿਸ਼ਾਨੀ ਇਹ ਹੈ ਕਿ ਬੰਦਾ ਜਪਜੀ ਸਾਹਿਬ ਕਰਨ ਲੱਗੇ ਤੇ ਜਪਜੀ ਸਾਹਿਬ ਕਰਦਾ ਕਰਦਾ ਇੰਨਾ ਬਾਣੀ ਵਿੱਚ ਖੁੱਭ ਜਾਵੇ ਕਿ ਉਦੋਂ ਹੀ ਪਤਾ ਲੱਗੇ ਜਦੋਂ ਸਾਰੀ ਨਿਤਨੇਮ ਦੀ ਪੋਥੀ ਦਾ ਪਾਠ ਕਰ ਲਿਆ ਹੋਵੇ। ਭਾਵ ਇਹ ਪ੍ਰੇਮ ਦੀ ਨਿਸ਼ਾਨੀ। ਪਰ ਮੈਂ ਬੇਨਤੀ ਕਰਾਂ ਕਿ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸਮੁੱਚੀ ਬਾਣੀ ਹੈ, ਅਸੀਂ ਸਾਰੇ ਅੱਖਰੀ ਅਰਥ ਸੁਣਦੇ ਵੀ ਹਾਂ, ਅੱਖਰੀ ਅਰਥ ਕਰਦੇ ਵੀ ਹਾਂ, ਪਰ ਇਹ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅਰਥ ਸਮਝਣ ਵਾਸਤੇ ਔਰ ਬਾਣੀ ਦੇ ਅਰਥ ਕਰਨ ਵਾਸਤੇ ਕੇਵਲ ਤੇ ਕੇਵਲ ਪ੍ਰੇਮਾ ਭਗਤੀ ਦੀ ਲੋੜ ਹੈ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਜਿਹਨੂੰ ਪ੍ਰੇਮਾ ਭਗਤੀ ਕਰਨ ਦੀ ਜਾਚ ਆ ਜਾਵੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਕਮਾ ਸਕਦਾ ਹੈ, ਸਮਝ ਸਕਦਾ ਹੈ, ਉਹ ਨਾਮ ਦੇ ਉੱਤੋਂ ਕੁਰਬਾਨ ਜਾ ਸਕਦਾ ਹੈ। ਮੈਂ ਇਤਿਹਾਸ ਦੇ ਵਿੱਚੋਂ ਆਪ ਸਭ ਸੰਗਤਾਂ ਦੇ ਸਨਮੁਖ ਬੇਨਤੀ ਕਰਾਂ ਕਿ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਸ ਵਿੱਚ ਕਿਤਨਾ ਪ੍ਰੇਮ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਔਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਤੇ ਇਤਿਹਾਸ ਦੇ ਬੋਲ ਨੇ ਕਿ ਭਾਵੇਂ ਉਹ ਜੋਤ ਇੱਕ ਸੀ, ਪਰ ਦਸੇ ਪਾਤਸ਼ਾਹੀਆਂ ਦਾ ਇਤਿਹਾਸ ਸਾਨੂੰ ਸਿੱਖਿਆ ਦਿੰਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਨੇਤਰ ਸਦਾ ਭਿੱਜੇ ਹੀ ਰਹਿੰਦੇ ਸਨ। ਮਹਾਰਾਜ ਕਿਸੇ ਨਾਲ ਬਹੁਤੀ ਬਾਤ ਨਹੀਂ ਸਨ ਕਰਿਆ ਕਰਦੇ, ਹਰ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੁੜੇ ਰਿਹਾ ਕਰਦੇ ਸਨ, ਬਚਨ ਪੜਿਆ ਕਰਦੇ ਸਨ। ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਇਸ ਪ੍ਰੇਮਾ ਭਗਤੀ ਦੇ ਵਿੱਚ ਖੁੱਭ ਕੇ ਜਿਸ ਦਿਨ ਨਿਤਨੇਮ ਕਰਾਂਗੇ, ਸਿਮਰਨ ਕਰਾਂਗੇ, ਤੇ ਸੱਚ ਹੈ ਚਿਹਰੇ ਦੇ ਉੱਤੇ ਇੱਕ ਇਲਾਹੀ ਰੌਣਕ ਹੋਵੇਗੀ ਤੇ ਜੀਵਨ ਦੇ ਵਿੱਚ ਆਨੰਦ ਦਾ ਵਾਸਾ ਹੋਵੇਗਾ, ਖੇੜੇ ਦਾ ਵਾਸਾ ਹੋਵੇਗਾ। ਜਾਂ ਤੂੰ ਤਾਂ ਮਹਿਮਾਨ ਕੀਆ ਹੈ, ਤੁਧ ਬਿਨ ਕਿਹਾ ਮਾਣੋ। ਹੁਣ ਇੱਕ ਭਗਤ ਆਪਣੇ ਪਿਆਰੇ ਨੂੰ, ਆਪਣੇ ਰੱਬ ਨੂੰ ਕਹਿ ਰਿਹਾ, ਜਾ ਤੂੰ ਹੈਗਾ ਸੰਸਾਰ ਤੇ, ਜਾ ਤੂੰ ਤਾਂ ਮੈਂ ਮਾਣ ਕੀਆ ਹੈ। ਭਾਵ ਜੇ ਤੂੰ ਸੰਸਾਰ ਤੇ ਮੌਜੂਦ ਹੈ, ਮੈਂ ਤਾਂ ਹੀ ਤੇਰੇ ਉੱਤੇ ਮਾਣ ਕਰਦਾ, ਤੇਰੇ ਅੱਗੇ ਅਰਦਾਸਾਂ ਕਰਦਾ। ਵੇਖੋ ਆਪਾਂ ਸਾਰੇ ਸਤਿਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਜਦੋਂ ਆਉਂਦੇ ਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ, ਪਰ ਰਸਨਾ ਤੋਂ ਬੋਲ ਅਕਸਰ ਹਰ ਇੱਕ ਦੇ ਨਿਕਲਦੇ ਨੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋਇਓ, ਸਭ ਥਾਈਂ ਹੋਏ ਸਹਾਏ। ਅਕਸਰ ਇਹੀ ਬਚਨ ਨਿਕਲਦੇ ਨੇ, ਨਜ਼ਰ ਨਹੀਂ ਹਜੇ ਆ ਰਹੇ, ਪਰ ਅੰਦਰ ਇਹ ਮਾਣ ਹੈ
ਵੀ ਜੇ ਮੈਂ ਗੁਰੂ ਤੇਗ ਬਹਾਦਰ ਜੀ ਦਾ ਨਾਂ ਰਸਨਾ ਤੋਂ ਲਿਆ ਤੇ ਸਤਿਗੁਰੂ ਇੱਥੇ ਹਾਜ਼ਰ ਨੇ, ਦੂਰ ਨਹੀਂ। ਵਾਹਿਗੁਰੂ ਭਾਵ ਅੰਦਰ ਇੱਕ ਮਾਣ ਹੈ। ਸਤਿਗੁਰੂ ਕਹਿੰਦੇ ਬਸ ਭਗਤ ਵੀ ਇਹੀ ਕਹਿੰਦਾ ਹੈ ਕਿ ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੂੰ ਹੈਗਾ ਸੰਸਾਰ ਤੇ ਮੈਂ ਤਾਂ ਹੀ ਮਾਣ ਦੇ ਨਾਲ ਕਹਿਣਾ ਕਿ ਜੀਵਨ ਵਿੱਚ ਵੱਡੀ ਤੋਂ ਵੱਡੀ ਪਰੇਸ਼ਾਨੀ ਆ ਜਾਵੇ, ਮੇਰੇ ਗੁਰੂ ਤੇਗ ਬਹਾਦਰ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਬਚਾ ਲੈਣਗੇ। ਤੇ ਸਤਿਗੁਰੂ ਕਹਿੰਦੇ ਪਰ ਤੁਧ ਬਿਨ ਕਿਹਾ ਮੇਰਾ ਮਾਣੋ। ਹੁਣ ਇੱਕ ਭਗਤ ਪਿਆਰ ਵਿੱਚ ਕਹਿ ਰਿਹਾ ਕਿ ਪਾਤਸ਼ਾਹ ਜੇ ਤੂੰ ਮੇਰੀ ਬਾਹ ਨਾ ਪਕੜੀ ਫਿਰ ਦੱਸ ਮੈਂ ਮਾਣ ਕਿਦੇ ਤੇ ਕਰਾਂਗਾ, ਮੇਰਾ ਮਾਣ ਟੁੱਟ ਜਾਵੇਗਾ। ਪਿਆਰ ਵਾਲਿਓ, ਭਾਈ ਮਰਦਾਨਾ ਜੀ ਦਾ ਆਪਾਂ ਸਾਰੇ ਬਚਨ ਸੁਣਦੇ ਹੀ ਰਹਿੰਦੇ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਤੇ ਮਾਣ ਸੀ। ਅਕਸਰ ਗੁਰੂ ਨਾਨਕ ਸਾਹਿਬ ਦਾ ਓਟ ਆਸਰਾ ਤੱਕ ਕੇ ਉਹ ਕੋਡੇ ਰਾਖਸ਼ ਅੱਗੇ ਦਾਨਵਾ ਅੱਗੇ ਜਾ ਕਰਕੇ ਵੀ ਰਬਾਬ ਵਜਾ ਲਿਆ ਕਰਦੇ ਸਨ। ਭਾਵ ਗੁਰੂ ਤੇ ਕੀਤਾ ਮਾਣ ਹਮੇਸ਼ਾ ਬੰਦੇ ਨੂੰ ਤਾਰ ਦਿੰਦਾ ਹੈ ਤੇ ਆਪਣੇ ਆਪ ਤੇ ਕੀਤਾ ਹੋਇਆ ਮਾਣ ਹਮੇਸ਼ਾ ਬੰਦੇ ਨੂੰ ਮਾਰ ਦਿੰਦਾ ਹੈ। ਸਤਿਗੁਰੂ ਕਹਿੰਦੇ ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੂੰ ਸੰਸਾਰ ਦੇ ਵਿੱਚ ਹਰ ਪਲ ਮੇਰੇ ਨਾਲ ਅੰਗ ਸੰਗ ਹੈ, ਹਾਜ਼ਰ ਨਾਜ਼ਰ ਹੈ। ਇਸੇ ਕਰਕੇ ਮੈਂ ਤੇਰੇ ਤੇ ਮਾਣ ਕਰਕੇ ਤੇਰੇ ਸਾਹਮਣੇ ਅਰਜ਼ੋਈ ਰੱਖੀ ਹੈ। ਪਰ ਜੇ ਤੂੰ ਅੱਜ ਮੇਰੀ ਅਰਜ਼ੋਈ ਮੇਰੀ ਫਰਿਆਦ ਨਾ ਸੁਣੀ ਤਾਂ ਦੱਸ ਮੈਂ ਕਿਹਦੇ ਤੇ ਮਾਣ ਕਰਾਂਗਾ। ਇਸ ਕਰਕੇ ਕਿਰਪਾ ਕਰ ਏਤੇ ਔਗਨ ਮੋਤਨ ਮਾਹੀ, ਰਾਖ ਲਿਹੋ ਪ੍ਰਭ ਸਰਨ ਗਹੀ। ਅਨਕ ਜਨਮ ਕੇ ਵਿਛੜੇ ਮੇਲੋ, ਪਾਵਨ ਪਤਤ ਤੋਂ ਬਿਰਦ ਕਹੀ। ਬਹੁਤੇ ਜਨਮਾਂ ਤੋਂ ਵਿਛੜਿਆ, ਹੁਣ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮੇਲ ਲਵੋ। ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਹੀ ਸੜ ਬਾਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਇੱਕ ਜਿਹੜਾ ਬਹੁਤ ਹੀ ਮਹੱਤਵਪੂਰਨ ਰਿਸ਼ਤਾ ਪਤੀ ਪਤਨੀ ਦਾ ਨਾ, ਉਹਦਾ ਉਦਾਹਰਣ ਬੜੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਪਤੀ ਪਤਨੀ ਵਾਲੀ ਭਾਵਨਾ ਹੋਵੇ। ਪਤੀ ਸਮਝੇ ਪ੍ਰਮਾਤਮਾ ਨੂੰ, ਆਪ ਪਤਨੀ ਬਣ ਜਾਵੇ। ਜੀਵ ਰੂਪੀ ਇਸਤਰੀ ਆਪਾਂ ਸਾਰੇ ਹੀ ਆ। ਕਿਉਂਕਿ ਜੇ ਪਤਨੀ ਦਾ ਪਤੀ ਕਿਤੇ ਵਿਦੇਸ਼ ਵਿੱਚ ਗਿਆ ਹੋਵੇ ਨਾ ਖਾਲਸਾ ਜੀ, ਤੇ ਪਤਨੀ ਅਕਸਰ ਵਿਛੋੜੇ ਦੇ ਦੁੱਖ ਦੇ ਵਿੱਚ ਆਪਣੇ ਪਤੀ ਨੂੰ ਚੇਤੇ ਕਰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਖੱਤ ਭੇਜਿਆ ਕਰਦੀ ਸੀ, ਅੱਜ ਦੇ ਸਮੇਂ ਦੇ ਵਿੱਚ ਫੋਨ ਦਾ ਯੁੱਗ ਹੈ। ਭਾਵ ਕਿ ਇੱਕ ਪਤੀ ਪਤਨੀ ਦਾ ਰਿਸ਼ਤਾ ਐਸਾ ਕਿ ਦੋਵੇਂ ਇੱਕ ਦੂਸਰੇ ਤੋਂ ਬਿਨਾਂ ਨਹੀਂ ਰਹਿ ਸਕਦੇ। ਇਹ ਰਿਸ਼ਤਾ ਪਵਿੱਤਰ ਵੀ ਬੜਾ ਤੇ ਰਿਸ਼ਤਾ ਮਹੱਤਵਪੂਰਨ ਵੀ ਬੜਾ। ਇਸ ਰਿਸ਼ਤੇ ਦੇ ਨਾਲ ਹੀ ਸੰਸਾਰ ਅੱਗੇ ਵੱਧ ਰਿਹਾ। ਸਤਿਗੁਰੂ ਕਹਿੰਦੇ ਹੁਣ ਵੇਖੋ, ਜੇ ਕਿਸੇ ਪਤਨੀ ਦਾ ਪਤੀ ਲੰਮੇ ਅਰਸੇ ਤੋਂ ਵਿਦੇਸ਼ ਵਿੱਚ ਗਿਆ, ਘਰ ਨਹੀਂ ਪਰਤ ਰਿਹਾ, ਜਾਂ ਇੱਕ ਪਤੀ ਆਪਣੀ ਪਤਨੀ ਦੇ ਨਾਲ ਰੁੱਸ ਕੇ ਕਿਤੇ ਗਿਆ ਹੋਇਆ ਤੇ ਪਤਨੀ ਆਪਣੇ ਪਤੀ ਤੋਂ ਬਿਨਾਂ ਘਰ ਦੇ ਵਿੱਚ ਸ਼ਿੰਗਾਰ ਕਰਕੇ ਬੈਠੀ ਹੋਵੇ, ਤੇ ਕਹਿੰਦੇ ਉਹਦਾ ਸ਼ਿੰਗਾਰ ਕਿਸੇ ਕੰਮ ਨਹੀਂ ਆਉਂਦਾ। ਕਿਉਂਕਿ ਪਤਨੀ ਦਾ ਸ਼ਿੰਗਾਰ ਉਹਦੇ ਪਤੀ ਵਾਸਤੇ ਹੈ, ਆਪਣੇ ਪਤੀ ਦੀ ਪ੍ਰਸੰਨਤਾ ਵਾਸਤੇ ਹੈ। ਜੇ ਪਤੀ ਤੋਂ ਬਿਨਾਂ ਸ਼ਿੰਗਾਰ ਕੀਤਾ ਫਿਰ ਉਹ ਸ਼ਿੰਗਾਰ ਵਿਅਰਥ ਹੈ। ਤੇ ਸਤਿਗੁਰੂ ਕਹਿੰਦੇ ਇਸ ਕਰਕੇ ਜਿਹੜੀ ਪਤਨੀ ਨੂੰ ਵਿਛੋੜੇ ਦਾ ਪਤਾ ਲੱਗੇ ਨਾ, ਜੇ ਪਤੀ ਘਰ ਵਿੱਚ ਨਾ ਆਵੇ, ਉਹ ਆਪਣੇ ਬਾਹਾਂ ਦਾ ਚੂੜਾ ਪਲੰਗ ਦੇ ਨਾਲ ਭੰਨ ਦਿੰਦੀ ਹੈ ਕਿ ਮੇਰਾ ਪਤੀ ਨਹੀਂ ਮੈਨੂੰ ਮਿਲ ਕੇ ਗਿਆ। ਸਤਿਗੁਰੂ ਕਹਿੰਦੇ ਤੂੰ ਵੀ ਬੜੇ ਸ਼ਿੰਗਾਰ ਕਰਦਾ, ਬਾਹਰ ਦੇ ਬੜੇ ਧਾਰਮਿਕ ਲਿਬਾਸ ਧਾਰਨ ਕਰਦਾ। ਕਿਉਂਕਿ ਬਾਹਰਲਾ ਸ਼ਿੰਗਾਰ ਆਪਾਂ ਸਾਰੇ ਕਰਦੇ ਆਂ, ਭਾਵੇਂ ਕੋਈ ਵੀ ਹੈ, ਬਾਹਰ ਸਾਰੇ ਧਾਰਮਿਕ ਲਿਬਾਸ ਕਰਦੇ ਆਂ ਕਿ ਰੱਬ ਮਿਲ ਜਾਵੇ। ਪਰ ਸਤਿਗੁਰੂ ਕਹਿੰਦੇ ਕੀਏ ਸਿੰਗਾਰ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਕਿ ਕੇਵਲ ਬਾਹਰੀ ਸ਼ਿੰਗਾਰ ਕਰਕੇ, ਬਾਹਰੀ ਬਾਣਾ ਧਾਰਨ ਕਰਕੇ, ਬਾਹਰੀ ਲਿਬਾਸ ਪਾ ਕੇ ਰੱਬ ਨਹੀਂ ਮਿਲਦਾ। ਰੱਬ ਮਿਲਦਾ ਅੰਦਰਲਾ ਸ਼ਿੰਗਾਰ ਕਰਕੇ, ਮਨ ਨੂੰ ਸੰਵਾਰ ਕੇ, ਮਨ ਨੂੰ ਸ਼ਿੰਗਾਰ ਕੇ। ਮਨ ਨੂੰ ਜਦੋਂ ਸੋਹਣਾ ਬਣਾਵਾਂਗੇ ਤੇ ਰੱਬ ਦੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਸਤਿਗੁਰੂ ਕਹਿੰਦੇ ਜਿਵੇਂ ਪਤਨੀ ਚੂੜੇ ਨੂੰ ਭੰਨ ਦਿੰਦੀ ਹੈ ਪਲੰਗ ਦੇ ਨਾਲ, ਤੂੰ ਵੀ ਸਤਿਗੁਰੂ ਕਹਿੰਦੇ ਤੂੰ ਵੀ ਇੱਕ ਯਤਨ ਕਰ, ਵਿਰਾਗ ਦੇ ਪਲੰਗ ਦੇ ਨਾਲ ਆਪਣਾ ਬਾਹਰਲਾ ਸ਼ਿੰਗਾਰ ਭੰਨ। ਪਰਮਾਤਮਾ ਦੇ ਅੱਗੇ ਜਾ ਕੇ ਹੰਕਾਰ ਦਾ ਚੂੜਾ ਭੰਨ, ਈਰਖਾ ਦਾ ਚੂੜਾ ਭੰਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੂੜੇ ਭੰਨ ਕੇ ਤੇ ਪਰਮਾਤਮਾ ਦੇ ਦਰ ਤੇ ਡੰਡੋਤ ਕਰਕੇ ਅਰਦਾਸ ਕਰ, ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ, ਕਿਰਪਾ ਨਿਦ ਤੇਰੀ। ਇਤੇ
ਵੇਸ ਕਰਿੰਦੀਏ ਮੁੰਡੇ ਸ਼ੋਹਰਾਤੋ ਅਵਰਾਹ। ਕਿਉਂਕਿ ਸਤਿਗੁਰੂ ਕਹਿੰਦੇ ਇਤਨੇ ਵੇਸ ਕਿਸੇ ਕੰਮ ਨਹੀਂ ਆਉਂਦੇ। ਜੇ ਸਹੋ ਭਾਵ ਕੇ ਕੰਤ ਕਿਤੇ ਵਿਦੇਸ਼ ਦੇ ਵਿੱਚ ਗਿਆ ਹੋਵੇ, ਇਹ ਜਿਹੜੇ ਬਾਹਰਲੇ ਵੇਸ ਨੇ, ਬਾਹਰਲੇ ਸ਼ਿੰਗਾਰ ਨੇ, ਕਿਸੇ ਕੰਮ ਨਹੀਂ ਆਉਣੇ। ਪਤਨੀ ਅਗਰ ਪਤੀ ਨੂੰ ਰਝਾਉਣਾ ਚਾਹੁੰਦੀ ਹੈ ਤੇ ਅੰਦਰ ਦਾ ਪ੍ਰੇਮ ਹੋਵੇ। ਜੇ ਭਗਤ ਵੀ ਰੱਬ ਨੂੰ ਰਝਾਉਣਾ ਚਾਹੁੰਦਾ ਤੇ ਅੰਦਰ ਦਾ ਪ੍ਰੇਮ ਹੋਵੇ। ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਗੁਰੂ ਨਾਨਕ ਸਾਹਿਬ ਨੇ ਸ਼ੇਖ ਇਬਰਾਹਿਮ ਨੂੰ ਵੀ ਬਚਨ ਕੀਤੇ ਸਨ ਕਿ ਭਾਈ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਫਿਰ ਆਪਣੀ ਨੀਅਤ ਨੂੰ ਰਾਸ ਕਰ, ਆਪਣੀ ਨੀਅਤ ਸਾਫ਼ ਕਰ, ਮਨ ਨੂੰ ਸਾਫ਼ ਕਰਕੇ ਪਰਮਾਤਮਾ ਦੀ ਬੰਦਗੀ ਵਿੱਚ ਜੁੜਨਾ ਕਰ। ਨਾਮ ਨਿਆਰ ਨਾ ਚੂੜੀਆਂ ਨਾ ਸੇਵੰਗੜੀਆਂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਾਹਰਲੇ ਸ਼ਿੰਗਾਰ, ਬਾਹਰਲੇ ਭੇਸ ਕਿਸੇ ਕੰਮ ਨਹੀਂ ਆਉਣੇ। ਇਹ ਬਾਹਰਲੀਆਂ ਬਾਹਾਂ ਦੀ ਸਜਾਵਟ ਕਿਸੇ ਕੰਮ ਨਹੀਂ ਆਉਣੀ। ਅਸਲ ਦੇ ਵਿੱਚ ਰੱਬ ਦੀ ਦਰਗਾਹ ਦੇ ਵਿੱਚ ਜੇ ਮੁੱਲ ਪੈਣਾ ਤੇ ਸਾਡੇ ਜੀਵਨ ਦਾ ਮੁੱਲ ਪੈਣਾ। ਜਦੋਂ ਗੁਰੂ ਕਾ ਸਿੱਖ ਬਾਣੀ ਬਾਣੇ ਦਾ ਧਾਰਨੀ ਹੋਵੇਗਾ ਤਾਂ ਵੱਡੀ ਤੋਂ ਵੱਡੀ ਮੁਸੀਬਤ ਵੀ ਆਵੇ, ਸਤਿਗੁਰੂ ਉੱਥੇ ਅੰਗ ਸੰਗ ਸਹਾਈ ਹੋਣਗੇ। ਮੈਂ ਖਿਨ ਮਾਤਰ ਬੇਨਤੀ ਕਰਾਂ, ਖਾਲਸਾ ਜੀ ਆਪਣੇ ਇਤਿਹਾਸ ਨੂੰ ਅਕਸਰ ਚੇਤੇ ਕਰਦੇ ਰਹਿਣਾ ਚਾਹੀਦਾ। ਇਤਿਹਾਸ ਤੋਂ ਝਾਤ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ। ਅੱਜ ਦੇ ਦਿਨ ਸਾਡੇ ਸਿੱਖਾਂ ਸੂਰਮਿਆਂ ਨੇ ਸਾਡੀ ਆਜ਼ਾਦੀ ਦੇ ਖਾਤਰ ਅੱਜ ਦੇ ਦਿਨ ਸ਼ਹਾਦਤਾਂ ਦੇ ਜਾਮ ਪੀਤੇ ਸਨ। ਤੇ ਇੱਕ ਵਿਦਵਾਨ ਨੇ ਲਿਖਿਆ ਕਿ ਆ ਖੂਬ ਥੇ वो जो हमें अपनी पहचान दे गए, कि वो कितने महान शख्सियतां सन ਜਿਹੜੇ ਸਾਡੀ ਆਜ਼ਾਦੀ ਦੀ ਖਾਤਰ, ਸਾਡੇ ਹੱਕਾਂ ਦੀ ਖਾਤਰ ਆਪਣੇ ਤਨ ਦੀਆਂ ਕੁਰਬਾਨੀਆਂ ਕਰ ਗਏ। ਮੇਰੇ ਕਹਿਣ ਤੋਂ ਭਾਵ ਕਿ ਅੱਜ ਵੱਡਾ ਘੱਲੂਕਾਰਾ ਦਿਵਸ ਹੈ। ਸਿੱਖ ਪੰਥ ਦੇ ਵਿੱਚ ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ ਔਰ 1984 ਦਾ ਘੱਲੂਕਾਰਾ। ਇਨ੍ਹਾਂ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਜੁੜ ਕੇ ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਦੀਆਂ, ਨਮਸਕਾਰਾਂ ਕਰਦੀਆਂ। ਅੱਜ ਦੇ ਦਿਨ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਬੁੱਢੇ ਦਲ ਦੇ ਜਥੇਦਾਰ ਸਨ, ਉਹਨਾਂ ਨੇ ਖਾਲਸਾ ਜੀ ਕੋਪਰ ਹੀੜੇ ਵਿਖੇ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਦੋ ਹੱਥ ਕੀਤੇ, ਆਮਣੇ ਸਾਹਮਣੇ ਹੋ ਕਰਕੇ ਜੰਗ ਦੇ ਵਿੱਚ ਮੁਕਾਬਲਾ ਕੀਤਾ। ਤੇ ਉਸ ਵਕਤ ਇਤਿਹਾਸ ਦੇ ਬੋਲ ਨੇ ਕਿ ਜੰਗ ਦੇ ਮੈਦਾਨ ਦੇ ਵਿੱਚ ਅੱਜ ਦੇ ਦਿਨ 20,000 ਸਿੰਘਾਂ ਨੇ ਲਗਭਗ ਸ਼ਹਾਦਤਾਂ ਦੇ ਜਾਮ ਪੀਤੇ ਸਨ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸਨ, ਬਜ਼ੁਰਗ ਵੀ ਸਨ, ਮਾਤਾਵਾਂ ਵੀ ਸਨ। ਅਹਿਮਦ ਸ਼ਾਹ ਦੁਰਾਨੀ ਦੇ ਨਾਲ ਉਹਨਾਂ ਨੇ ਜੰਗ ਕੀਤੀ ਸਾਡੇ ਹੱਕਾਂ ਦੀ ਖਾਤਰ। ਤੇ ਮੈਂ ਕਈ ਵਾਰ ਸੋਚਦਾ ਕਿ ਉਹਨਾਂ ਦਾ ਕੈਸਾ ਆਪਾ ਸਮਰਪਣ ਹੋਵੇਗਾ ਗੁਰੂ ਨੂੰ, ਕਿ ਗੁਰੂ ਪੰਥ ਦੀ ਖਾਤਰ ਉਹ ਆਪਣੇ ਤਨ ਦੀਆਂ ਕੁਰਬਾਨੀਆਂ ਵੀ ਕਰ ਜਾਂਦੇ ਸਨ, ਸ਼ਹਾਦਤਾਂ ਵੀ ਪੀ ਜਾਂਦੇ ਸਨ, ਬੰਦ ਵੀ ਕਟਾ ਲੈਂਦੇ ਸਨ, ਪਰ ਫਿਰ ਵੀ ਅਰਦਾਸ ਕਰਿਆ ਕਰਦੇ ਸਨ, ਪਰਮਾਤਮਾ ਸਤਿਗੁਰੂ ਤੇਰਾ ਸ਼ੁਕਰ ਹੈ, ਤੂੰ ਸਾਡਾ ਦਿਨ ਬੜੇ ਸੁੱਖਾਂ ਦੇ ਨਾਲ ਬਤੀਤ ਕਰਾਇਆ, ਰਾਤ ਆਈ ਹੈ ਵੀ ਆਪਣੇ ਚਰਨਾਂ ਦੇ ਵਿੱਚ ਬਤੀਤ ਕਰਾਈ। ਭਾਵ ਇੱਕ ਅੰਦਰ ਚੜ੍ਹਦੀ ਕਲਾ ਦਾ ਸੋਮਾ ਸੀ। ਪਿਆਰ ਵਾਲਿਓ, ਮੈਂ ਇੱਕ ਨਿੱਕੀ ਜਿਹੀ ਝਾਤ ਆਪ ਜੀ ਦੇ ਨਾਲ ਸਾਂਝੀ ਕਰਾਂ ਕਿ ਵੇਖੋ, ਇੱਕ ਪਾਸੇ ਅੱਜ ਦਾ ਇਤਿਹਾਸ ਜੋ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ, ਤੇ ਦੂਸਰੇ ਪਾਸੇ ਦਿੱਲੀ ਦੀ ਧਰਤੀ ਦੇ ਉੱਤੇ ਜੋ ਕਿਸਾਨ ਵੀਰ ਸਜੇ, ਉਹ ਵੀ ਆਪਣੇ ਹੱਕਾਂ ਦੀ ਖਾਤਰ ਉੱਥੇ ਸਰਕਾਰ ਦੇ ਖਿਲਾਫ ਮੋਰਚਾ ਲਾ ਕਰਕੇ ਬੈਠੇ ਹੋਏ ਨੇ। ਇਹ ਗੁਰੂ ਖਾਲਸੇ ਪੰਥ ਦੇ ਅੰਦਰ ਸ਼ੁਰੂ ਤੋਂ ਸਤਿਗੁਰੂ ਨੇ ਜਜ਼ਬਾ ਭਰਿਆ ਕਿ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ਪਰ ਇੱਕ ਗੱਲ ਇਹ ਵੀ ਹੈ ਕਿ ਜਿਸ ਵੀ ਹਾਕਮ ਦੀ ਹਕੂਮਤ ਦੇ ਵਿੱਚ ਖਾਲਸਾ ਪੰਥ ਨੇ ਸੰਘਰਸ਼ ਕੀਤਾ, ਖਾਲਸਾ ਪੰਥ ਸੰਘਰਸ਼ ਕਰਕੇ ਅਕਸਰ ਜਿੱਤਦਾ ਰਿਹਾ। ਪਰ ਜਿਹੜੇ ਹਾਕਮ ਦੀ ਹਕੂਮਤ 'ਚ ਸੰਘਰਸ਼ ਕਰਦੇ ਆ, ਨਾ ਤਾਂ ਉਹ ਹਾਕਮ ਬਹੁਤੀ ਦੇਰ ਰਹਿੰਦਾ ਤੇ ਨਾ ਉਹਦਾ ਰਾਜ ਬਹੁਤੀ ਦੇਰ ਰਹਿੰਦਾ। ਇਹ ਖਾਲਸੇ ਪੰਥ ਦੀ ਚੜ੍ਹਦੀ ਕਲਾ। ਅੱਜ ਦੇ ਦਿਨ ਜਦੋਂ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੰਗ ਦੇ ਮੈਦਾਨ ਦੇ ਵਿੱਚ ਤੇਗ ਦੇ ਜੌਹਰ ਵਿਖਾ ਰਹੇ ਸਨ, ਤਾਂ ਉਸ ਵਕਤ ਉਹਨਾਂ ਦੇ ਸਰੀਰ ਦੇ ਉੱਤੇ 22 ਫੱਟ ਲੱਗ ਗਏ, 22 ਜ਼ਖਮ ਹੋ ਗਏ, ਸਾਰਾ ਸਰੀਰ ਲਹੂ ਲਹਾਨ ਹੋ ਗਿਆ। ਪਰ ਵੇਖੋ, ਫਿਰ ਵੀ ਰਸਨਾ ਦੇ ਉੱਤੇ, ਉਹਨਾਂ ਦੀ ਰਸਨਾ ਤੇ ਜਪਜੀ ਸਾਹਿਬ ਦਾ ਪਾਠ ਸੀ, ਹੱਥ ਦੇ ਵਿੱਚ ਤੇਗ ਸੀ, ਘੋੜੇ ਤੇ ਸਵਾਰ ਸਨ, ਤੇ ਤਾਂ ਵੀ ਉਹਨਾਂ ਦੀ ਆਤਮਾ ਡਾਵਾਂ ਡੋਲ ਨਹੀਂ ਹੋਈ।
ਸਰੀਰ ਲਹੂ ਲੁਹਾਨ ਹੈ, ਪਰ ਆਤਮਾ ਫਿਰ ਵੀ ਸਿੰਘ ਸਾਹਿਬ ਦੀ ਚੜ੍ਹਦੀ ਕਲਾ ਦੇ ਵਿੱਚ ਸੀ। ਤੇ ਜਿਹੜਾ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਸਾਥੀ ਸਿੰਘ ਗੁਰਮੁਖ ਸਿੰਘ, ਉਹ ਕਹਿਣ ਲੱਗਾ, ਸਤਿਪੁਰਸ਼ੋ ਜਥੇਦਾਰ ਜੀ, ਤੁਹਾਡੇ ਸਰੀਰ ਤੇ ਜ਼ਖਮ ਬੜੇ ਹੋ ਗਏ ਨੇ, ਤੁਹਾਡਾ ਸਰੀਰ ਲਹੂ ਲੁਹਾਨ ਹੋ ਚੁੱਕਿਆ, ਤੁਸੀਂ ਜੰਗ ਦੇ ਮੈਦਾਨ ਤੋਂ ਇੱਕ ਪਾਸੇ ਹੋ ਜਾਵੋ, ਜੰਗ ਦਾ ਮੈਦਾਨ ਛੱਡ ਕੇ ਚਲੇ ਜਾਓ। ਜਥੇਦਾਰ ਕਹਿਣ ਲੱਗੇ, ਯਾਦ ਰੱਖ ਗੁਰਮੁਖ ਸਿਆਂ, ਜਿਹੜਾ ਸਾਹਮਣੇ ਬੁਜ਼ਦਲ ਕਾਇਰ ਸਾਡੇ ਤੇ ਹਮਲੇ ਕਰ ਰਿਹਾ, ਇਹਦੇ ਨਾਲ ਸਾਡੀ ਕੋਈ ਜ਼ਮੀਨ ਜਾਇਦਾਦ ਦੀ ਲੜਾਈ ਨਹੀਂ, ਬਲਕਿ ਇਹ ਭਾਰਤ ਵਰਸ਼ ਦੀ ਬਹੂ ਬੇਟੀਆਂ ਨੂੰ, ਭਾਰਤ ਵਰਸ਼ ਦੀ ਇੱਜ਼ਤ ਆਬਰੂ ਨੂੰ ਬੰਦੀ ਬਣਾ ਕਰਕੇ ਆਪਣੇ ਦੇਸ਼ਾਂ ਦੇ ਵਿੱਚ ਲਿਜਾ ਕਰਕੇ ਉਹਨਾਂ ਦੀ ਬੋਲੀਆਂ ਲਾਉਂਦਾ, ਉਹਨਾਂ ਨੂੰ ਵੇਚਦਾ ਹੈ। ਤੂੰ ਮੇਰੇ ਸਰੀਰ ਦੇ ਜ਼ਖਮਾਂ ਦੀ ਗੱਲ ਕਰ ਰਿਹਾ, ਚੇਤੇ ਰੱਖੀ, ਜੇ ਅੱਜ ਇਸ ਪਾਪੀ ਦਾ ਮੈਂ ਸੋਧਾ ਨਾ ਲਾਇਆ ਤੇ ਭਾਰਤ ਦੀਆਂ ਬਹੂ ਬੇਟੀਆਂ ਨੂੰ, ਧੀਆਂ ਭੈਣਾਂ ਨੂੰ ਇਹਦੀ ਕੈਦ ਚੋਂ ਨਾ ਛਡਾਇਆ, ਤੇ ਮੇਰੇ ਆਤਮਾ ਤੇ ਐਸੇ ਜ਼ਖਮ ਲੱਗਣਗੇ ਜਿਹੜੇ ਜ਼ਖਮਾਂ ਦਾ ਇਲਾਜ ਕੋਈ ਨਹੀਂ ਹੋਣਾ। ਸਰੀਰ ਦੇ ਜ਼ਖਮ ਠੀਕ ਹੋ ਜਾਣਗੇ, ਪਰ ਮੇਰੀ ਆਤਮਾ ਦੇ ਜ਼ਖਮ ਠੀਕ ਨਹੀਂ ਹੋਣਗੇ ਜੇ ਮੈਂ ਪਾਪੀ ਦਾ ਸੌਦਾ ਨਾ ਲਾਇਆ। ਭਾਵ ਕਿ ਐਸੀ ਚੜ੍ਹਦੀ ਕਲਾ, ਤੇ ਫਿਰ ਹੱਕਾਂ ਦੀ ਖਾਤਰ, ਪੂਰੇ ਦੇਸ਼ ਦੀ ਖਾਤਰ ਉਹਨਾਂ ਨੇ ਆਪਣੇ ਤਨ ਦੀ ਕੁਰਬਾਨੀ ਦਿੱਤੀ। ਪਰ ਕਈ ਵਾਰ ਬੜਾ ਮਨ ਦੇ ਵਿੱਚ ਰੋਸ ਆਉਂਦਾ ਕਿ ਅੱਜ ਵੀ ਜਦੋਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹਿਸਟਰੀ ਪੜ੍ਹਾਈ ਜਾਂਦੀ ਹੈ, ਹਿਟਲਰ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਔਰੰਗਜ਼ੇਬ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਸ਼ੇਰ ਸ਼ਾਹ ਸੂਰੀ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਖਾਲਸਾ ਜੀ ਸ਼ਾਹਜਹਾਂ ਦੀ, ਅਕਬਰ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਜਿਨ੍ਹਾਂ ਨੇ ਇਸ ਭਾਰਤ ਵਰਸ਼ ਨੂੰ 700 ਸਾਲ ਗੁਲਾਮ ਰੱਖਿਆ, ਉਹਨਾਂ ਦਾ ਇਤਿਹਾਸ ਬਾਰ-ਬਾਰ ਬੱਚਿਆਂ ਨੂੰ ਚੇਤੇ ਕਰਾਇਆ ਜਾਂਦਾ। ਪਰ ਜਿਨ੍ਹਾਂ ਹਾਕਮਾਂ ਤੋਂ ਭਾਰਤ ਵਰਸ਼ ਨੂੰ ਆਜ਼ਾਦ ਕਰਾਇਆ, ਜਿਨ੍ਹਾਂ ਸੂਰਮਿਆਂ ਨੇ, ਉਹਨਾਂ ਦਾ ਤੇ ਨਾਂ ਵੀ ਨਹੀਂ ਬੱਚਿਆਂ ਨੂੰ ਦੱਸਿਆ ਜਾਂਦਾ। ਪਰ ਇਹ ਭਾਰਤ ਵਰਸ਼ ਦੀ ਨਾਕਾਮੀ ਹੈ ਕਿ ਅੱਜ ਸਮੁੱਚਾ ਵਿਸ਼ਵ ਇਹ ਗੱਲ ਕਹਿ ਰਿਹਾ ਕਿ ਸਿੱਖ ਉਹ ਕੌਮ ਹੈ, ਖਾਲਸਾ ਉਹ ਪੰਥ ਹੈ ਜਿਹੜਾ ਆਪਣਾ ਜੀਵਨ ਆਪਣੀ ਖਾਤਰ ਨਹੀਂ ਜਿੰਦਾ, ਬਲਕਿ ਇਹ ਦੂਸਰਿਆਂ ਦੇ ਭਲਾ ਕਰਨ ਖਾਤਰ ਆਪਣਾ ਜੀਵਨ ਜਿੰਦਾ। ਤੇ ਜੇ ਦੂਸਰੇ ਦੇ ਭਲੇ ਵਾਸਤੇ ਇਹਨੂੰ ਆਪਣੀ ਜਾਨ ਵੀ ਦੇਣੀ ਪੈ ਜਾਵੇ ਤੇ ਪਿੱਛੇ ਨਹੀਂ ਹਟਦਾ, ਗੁਰੂ ਤੇ ਭਰੋਸਾ ਰੱਖ ਕੇ ਆਪਣੇ ਤਨ ਦੀ ਕੁਰਬਾਨੀ ਵੀ ਕਰ ਦਿੰਦਾ। ਸੋ ਖਾਲਸਾ ਜੀ ਅੱਜ ਬਹੁਤ ਵੱਡਾ ਜੋ ਕਿ ਸ਼ਹੀਦੀ ਦਿਹਾੜਾ, ਵੱਡਾ ਘੱਲੂਘਾਰਾ ਦਿਵਸ, ਉਹਨਾਂ ਸ਼ਹੀਦਾਂ ਨੂੰ ਆਪਾਂ ਸਭ ਨੇ ਨਮਸਕਾਰ ਕਰਨੀ ਹੈ ਜਿਨ੍ਹਾਂ ਨੇ ਤਨ ਦੀਆਂ ਕੁਰਬਾਨੀਆਂ ਕੀਤੀਆਂ। ਤੇ ਮੈਂ ਬੇਨਤੀ ਕਰਾਂ, ਸਾਨੂੰ ਮਨ ਦੀ ਕੁਰਬਾਨੀ ਕਰਨ ਦੀ ਜਾਚ ਸਿਖਾਈ। ਅੱਜ ਅਸੀਂ ਤਨ ਦੀ ਕੁਰਬਾਨੀ ਕਰ ਲਈਏ, ਬੜੀ ਕਠਿਨ ਬਾਤ ਹੈ, ਕਿਉਂਕਿ ਸ਼ਹਾਦਤ ਇਬਾਦਤ ਤੋਂ ਬਿਨਾ ਹੋ ਨਹੀਂ ਸਕਦੀ। ਇਸ ਕਰਕੇ ਮਨ ਦੀ ਕੁਰਬਾਨੀ ਕਰਿਆ ਕਰੀਏ। ਮਨ ਦੀ ਕੁਰਬਾਨੀ ਇਹ ਹੈ, ਅੰਮ੍ਰਿਤ ਵੇਲੇ ਉੱਠ ਕਰਕੇ, ਇਸ਼ਨਾਨ ਕਰਕੇ, ਗੁਰੂ ਗੁਰੂ ਜਪ ਕੇ, ਬਾਣੀ ਦਾ ਅਭਿਆਸ ਨਿਤਨੇਮ ਕਰਕੇ ਗੁਰੂ ਘਰ ਸੇਵਾ ਕਰਿਆ ਕਰੀਏ। ਜੋ ਸ਼ੈ ਕੰਠ ਨ ਲੱਗੀਆਂ, ਜਲਨ ਸੇ ਬਾਹੜੀਆਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਜੀਵ ਰੂਪੀ ਇਸਤਰੀ ਦੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਇਆ ਨਾ, ਉਹਦਾ ਸੰਸਾਰ ਤੇ ਜਿਉਣਾ ਧ੍ਰਿਗ ਹੈ। ਕਹਿੰਦੇ ਨੇ ਜੇ ਵਿਵਾਹ ਹੋਇਆ ਹੋਵੇ ਦੋ ਜੀਆਂ ਦਾ ਆਪਸ ਵਿੱਚ, ਤੇ ਪਤੀ ਪਤਨੀ ਦਾ ਆਪਸ ਵਿੱਚ ਮਿਲਾਪ ਨਾ ਹੋਵੇ, ਤੇ ਉਹ ਸਰੀਰ ਸੜ ਜਾਣਾ ਚਾਹੀਦਾ, ਕਿਉਂਕਿ ਰਿਸ਼ਤਾ ਮਿਲਾਪ ਦਾ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਸ ਜੀਵ ਰੂਪੀ ਇਸਤਰੀ ਨੇ ਹਾਲੇ ਤੱਕ ਆਪਣੇ ਕੰਤ ਰੂਪ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਗਲਵੱਕੜੀ ਨਹੀਂ ਪਾਈ, ਪਰਮਾਤਮਾ ਦੇ ਚਰਨਾਂ ਨੂੰ ਗਲਵੱਕੜੀ ਨਹੀਂ ਪਾਈ, ਕਹਿੰਦੇ ਉਹਦੀਆਂ ਬਾਹਾਂ ਤੇ ਸੜ ਜਾਣੀਆਂ ਚਾਹੀਦੀਆਂ। ਜਿਨੇ ਕਦੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਇਨ੍ਹਾਂ ਬਾਹਾਂ ਦੇ ਨਾਲ ਨਿਤਨੇਮ ਦੀ ਪੋਥੀ ਨਹੀਂ ਪਕੜੀ, ਉਹਦੇ ਹੱਥਾਂ ਨੂੰ ਸੜ ਜਾਣਾ ਚਾਹੀਦਾ। ਪਿਆਰ ਵਾਲਿਓ, ਮੈਂ ਬੇਨਤੀ ਕਰਾਂ ਕਿ ਅਸੀਂ ਤੇ ਜੇ ਪਰਮਾਤਮਾ ਦਾ ਸ਼ੁਕਰ ਕਰਨ ਲੱਗੀਏ ਤੇ ਉਹ ਵੀ ਨਹੀਂ ਕਰ ਸਕਦੇ। ਜਦੋਂ ਹੱਥ ਅੱਖਾਂ ਸਾਹਮਣੇ ਆਉਂਦੇ, ਪਰਮਾਤਮਾ ਦਾ ਸ਼ੁਕਰ ਕਰਿਆ ਕਰੀਏ। ਪਰਮਾਤਮਾ ਤੂੰ ਸਾਨੂੰ ਹੱਥ ਦਿੱਤੇ, ਤੇਰਾ ਧੰਨਵਾਦ, ਅਸੀਂ ਹੱਥਾਂ ਦੇ ਨਾਲ ਬਾਣੀ ਪੜ੍ਹ ਸਕਦੇ। ਤੂੰ ਸਾਨੂੰ ਨੇਤਰ ਦਿੱਤੇ, ਤੇਰਾ ਧੰਨਵਾਦ, ਨੇਤਰਾਂ ਨਾਲ ਤੇਰੇ ਦਰਸ਼ਨ ਕਰ ਸਕਦੇ। ਸਾਨੂੰ ਪੈਰ ਦਿੱਤੇ, ਇਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਘਰ ਜਾ ਕੇ ਭੱਜ ਭੱਜ ਸੇਵਾ ਕਰ ਸਕਦੇ। ਮੈਂ ਬੇਨਤੀ ਕਰਾਂ ਕਿ ਸਰੀਰ ਦੇ ਕਿਸੇ ਵੀ ਅੰਗ ਨੂੰ ਮਾੜੇ ਕੰਮਾਂ ਵੱਲ ਲਿਜਾਉਣ ਦੀ ਬਜਾਏ ਪਰਮਾਤਮਾ ਦੀ ਬੰਦਗੀ ਵੱਲ ਲਿਜਾਉਣਾ ਚਾਹੀਦਾ।
ਇੱਕ ਫਕੀਰ ਹੋਏ ਖਾਲਸਾ ਜੀ ਸ਼ੇਖ ਸਾਦੀ, ਉਹਨਾਂ ਦੇ ਚਰਨਾਂ ਦੀ ਜੁੱਤੀ ਇੱਕ ਦਿਨ ਟੁੱਟ ਗਈ। ਉਹਨਾਂ ਨੇ ਪਰਮਾਤਮਾ ਦੇ ਨਾਲ ਸ਼ਿਕਵਾ ਕੀਤਾ, ਗਿਲਾ ਕੀਤਾ, ਮੈਂ ਤੇਰੀ ਬੰਦਗੀ ਕਰਦਾ, ਭਗਤੀ ਕਰਦਾ, ਇਬਾਦਤ ਕਰਦਾ, ਤੇ ਪਰਮਾਤਮਾ ਮੇਰੀ ਜੁੱਤੀ ਟੁੱਟ ਗਈ, ਮੈਨੂੰ ਕੀ ਲਾਭ ਤੇਰੀ ਭਗਤੀ ਦਾ, ਤੂੰ ਮੈਨੂੰ ਜੁੱਤੀ ਨਹੀਂ ਦਵਾ ਸਕਦਾ। ਆਪਣੇ ਵੀ ਕਈ ਵਾਰੀ ਮਨ ਚ ਆਉਂਦਾ ਨਾ ਕਿ ਕੋਈ ਅਰਦਾਸ ਪੂਰੀ ਨਾ ਹੋਈ ਹੋਵੇ, ਕਹਿ ਦਿੰਨੇ ਸਤਿਗੁਰੂ ਸਾਨੂੰ ਕੀ ਲਾਭ ਤੇਰੇ ਦਰਬਾਰ ਚ ਆਉਣ ਦਾ, ਤੂੰ ਸਾਡੀ ਅਰਦਾਸ ਪੂਰੀ ਨਹੀਂ ਕਰਦਾ। ਮੈਂ ਬੇਨਤੀ ਕਰਾਂ ਖਾਲਸਾ ਜੀ, ਗੁਰੂ ਅੱਗੇ ਅਰਦਾਸ ਕਰਨਾ ਸਾਡਾ ਫਰਜ਼ ਹੈ, ਸਾਡਾ ਹੱਕ ਹੈ, ਪਰ ਸਾਨੂੰ ਦਾਤ ਦੇਣਾ ਗੁਰੂ ਦੀ ਮਰਜ਼ੀ ਹੈ, ਗੁਰੂ ਦਾ ਭਾਣਾ ਹੈ। ਤੇ ਮੈਂ ਬੇਨਤੀ ਕਰਾਂ ਅਰਦਾਸ ਕਰੋ। ਬੱਚਾ ਵੀ ਮਾਤਾ ਪਿਤਾ ਕੋਲ ਜਾ ਕੇ ਬਹੁਤ ਕੁਝ ਮੰਗਦਾ, ਪਰ ਮਾਤਾ ਪਿਤਾ ਨੂੰ ਪਤਾ ਬੱਚੇ ਲਈ ਸਹੀ ਕੀ ਹੈ, ਗਲਤ ਕੀ ਹੈ, ਪ੍ਰਮਾਤਮਾ ਨੂੰ ਪਤਾ ਸਾਡੇ ਲਈ ਸਹੀ ਕੀ ਹੈ, ਗਲਤ ਕੀ ਹੈ। ਤੇ ਇੱਕ ਅਨੁਭਵ ਸੰਸਾਰ 'ਚ ਹਰ ਇੱਕ ਬੰਦੇ ਨੇ ਕੀਤਾ ਹੋਵੇਗਾ ਕਿ ਕੋਈ ਅਰਦਾਸ ਪੂਰੀ ਨਾ ਹੋਈ ਹੋਵੇ, ਤੇ ਕੁਝ ਸਮੇਂ ਬਾਅਦ ਜਦੋਂ ਕੁਝ ਜੀਵਨ ਦੇ ਵਿੱਚ ਵਾਪਰ ਜਾਵੇ ਤੇ ਬੰਦਾ ਕਹਿੰਦਾ ਚੰਗਾ ਹੋਇਆ ਗੁਰੂ ਨੇ ਮੇਰੀ ਅਰਦਾਸ ਨਹੀਂ ਪੂਰੀ ਕੀਤੀ, ਚੰਗਾ ਹੀ ਹੋਇਆ ਰੱਬ ਨੇ ਚੰਗਾ ਹੀ ਕੀਤਾ। ਮੈਨੂੰ ਇੱਕ ਸੱਜਣ ਮਿਲਿਆ, ਉਹਨਾਂ ਨੇ ਅਰਦਾਸ ਕੀਤੀ ਗੁਰੂ ਚਰਨਾਂ ਦੇ ਵਿੱਚ, ਕਹਿਣ ਲੱਗੇ ਭਾਈ ਸਾਹਿਬ ਅਰਦਾਸ ਕਰੋ ਵਿਦੇਸ਼ ਦਾ ਵੀਜ਼ਾ ਲੱਗ ਜਾਵੇ। ਸਤਿਗੁਰੂ ਦਾ ਹੁਕਮ ਸੀ, ਉਹਨਾਂ ਦਾ ਲੱਗਾ ਨਹੀਂ। ਉਹ ਬੜੇ ਨਾਰਾਜ਼ ਰਹੇ, ਬੁਲਾਉਣਾ ਬੰਦ ਕਰ ਦਿੱਤਾ। ਪਰ ਕੁਝ ਸਮੇਂ ਬਾਅਦ ਐਸੀ ਘਟਨਾ ਵਾਪਰ ਗਈ, ਬਾਅਦ ਚਾਪੇ ਕਹਿੰਦੇ ਸਤਿਗੁਰੂ ਨੇ ਚੰਗਾ ਹੀ ਕੀਤਾ ਸੀ, ਨਹੀਂ ਗਏ। ਪਿਆਰ ਵਾਲਿਓ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਗੁਰੂ ਕਦੇ ਵੀ ਮਾੜਾ ਨਹੀਂ ਕਰਦਾ। ਮੈਂ ਬੇਨਤੀ ਕਰਾਂ, ਸ਼ੇਖ ਸਾਦੀ ਨੇ ਬੜਾ ਸ਼ਿਕਵਾ ਕੀਤਾ, ਮੇਰੇ ਪੈਰ ਦੀ ਜੁੱਤੀ ਟੁੱਟ ਗਈ। ਕਹਿੰਦੇ ਨੇ ਥੋੜੀ ਦੇਰ ਬਾਅਦ ਜਦੋਂ ਨਮਾਜ਼ ਅਦਾ ਕਰਨ ਲਈ ਮਸਜਿਦ ਦੇ ਵਿੱਚ ਗਏ, ਮਸਜਿਦ ਦੇ ਬਾਹਰ ਇੱਕ ਵਿਚਾਰਾ, ਕਿਸਮਤ ਦਾ ਮਾੜਾ ਕਹਿ ਲਓ, ਉਹ ਵਿਚਾਰਾ ਰੱਬ ਦੇ ਸ਼ੁਕਰ ਕਰ ਰਿਹਾ ਸੀ, ਪਰਮਾਤਮਾ ਦਾ, ਅੱਲਾ ਦਾ, ਖੁਦਾ ਦਾ ਸ਼ੁਕਰ ਕਰ ਰਿਹਾ ਸੀ। ਉਹਦੇ ਪੈਰ ਨਹੀਂ ਸਨ। ਉਹ ਰੇਂਗਦਾ ਹੋਇਆ ਮਸਜਿਦ ਦੀਆਂ ਪੌੜੀਆਂ ਚੜ ਰਿਹਾ, ਅੰਦਰ ਜਾ ਕੇ ਉਸਨੇ ਸ਼ੁਕਰ ਕੀਤਾ, ਖੁਦਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਅੱਜ ਆਪਣਾ ਦੀਦਾਰ ਬਖਸ਼ਿਆ। ਤੇ ਫਕੀਰ ਦੇ ਮਨ ਦੇ ਵਿੱਚ ਅਚਾਨਕ ਆਇਆ ਕਿ ਮੇਰੀ ਮੱਤ ਮਾਰੀ ਗਈ, ਮੇਰੀ ਇੱਕ ਜੁੱਤੀ ਟੁੱਟ ਗਈ, ਤੇ ਮੈਂ ਪਰਮਾਤਮਾ ਨਾਲ ਕੈਸਾ ਸ਼ਿਕਵਾ ਕੀਤਾ, ਇਹਨੂੰ ਤੇ ਪਰਮਾਤਮਾ ਨੇ ਪੈਰ ਵੀ ਨਹੀਂ ਦਿੱਤੇ ਤੇ ਤਾਂ ਵੀ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਕਿ ਤੂੰ ਮੈਨੂੰ ਦੀਦਾਰ ਬਖਸ਼ਿਆ। ਭਾਵ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸ਼ੁਕਰ ਵਿੱਚ ਰਹਿਣਾ, ਇਹਨਾਂ ਪੈਰਾਂ ਦੇ ਨਾਲ ਗੁਰੂ ਘਰ ਆਉਣਾ, ਹੱਥਾਂ ਦੇ ਨਾਲ ਨਿਤਨੇਮ ਦੀ ਪੋਥੀ ਪਕੜਨੀ, ਰਸਨਾ ਦੇ ਨਾਲ ਨਿਤਨੇਮ ਕਰਨਾ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਨੇ। ਸਤਿਗੁਰੂ ਕਹਿੰਦੇ ਜਿਸ ਜੀਵ ਰੂਪੀ ਇਸਤਰੀ ਨੇ ਹਲੇ ਤੱਕ ਪਰਮਾਤਮਾ ਨੂੰ ਗਲਵਕੜੀ ਨਹੀਂ ਪਾਈ, ਕਹਿੰਦੇ ਉਹਦੀਆਂ ਬਾਹਾਂ ਸੜ ਜਾਣੀਆਂ ਚਾਹੀਦੀਆਂ ਹਨ। ਸਭ ਸਹੀਆਂ ਸ਼ੋ ਰਾਵਣ ਗਈਆਂ, ਹੋ ਦਾਦੀ ਕੈ ਦਰ ਜਾਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਉਂਕਿ ਸੰਸਾਰ ਦੇ ਵਿੱਚ ਸਭ ਸਹੀਆਂ। ਇੱਕ ਉਦਾਹਰਣ ਹੀ ਦਿੱਤਾ ਮਹਾਰਾਜ ਨੇ ਕਿ ਹਰ ਇੱਕ ਸੁਹਾਗਣ ਆਪਣੇ ਪਤੀ ਦਾ ਆਨੰਦ ਮਾਣਦੀ ਹੈ, ਪਤੀ ਦੇ ਘਰ ਵਿੱਚ ਰਹਿੰਦੀ ਹੈ, ਪਰ ਤੂੰ ਆਪਣੇ ਹਾਲਤ ਨੂੰ ਵੇਖ, ਤੂੰ ਕਦੇ ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਇਬਾਦਤ ਨਹੀਂ ਕੀਤੀ, ਪਰ ਸੰਸਾਰ ਦੇ ਵਿੱਚ ਬਹੁਤ ਐਸੀਆਂ ਸੁਹਾਗਣਾਂ, ਭਾਵ ਬੜੇ ਐਸੇ ਭਗਤ ਨੇ, ਰੱਬ ਦੇ ਪਿਆਰੇ ਨੇ, ਜਿਹੜੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਗੋਦ ਦਾ ਆਨੰਦ ਮਾਣਦੇ ਨੇ। ਤੇ ਤੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਤੋਂ ਵਾਂਝਾ, ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਗੋਦ ਦਾ ਆਨੰਦ ਨਹੀਂ ਮਾਨਿਆ, ਦੱਸ ਹੁਣ ਤੇਰਾ ਛੁਟਕਾਰਾ ਕਿਵੇਂ ਹੋਵੇਗਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਤੋਂ ਬਿਨਾ ਤੇਰੀ ਬੰਦ ਖਲਾਸੀ ਨਹੀਂ ਹੋ ਸਕਦੀ, ਮੁਕਤੀ ਨਹੀਂ ਹੋ ਸਕਦੀ। ਪਰਮਾਤਮਾ ਦੇ ਚਰਨਾਂ ਨੂੰ ਗਲਵਕੜੀ ਪਾਉਣੀ ਪਵੇਗੀ। ਮਾਲੀ ਹੋ ਖੜੀ ਸੁਚੱਜੀ, ਤੈ ਸ਼ਹਿ ਏਕ ਨ ਪਾਵਾਂ। ਸਤਿਗੁਰੂ ਕਹਿੰਦੇ ਇਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰ ਕਿ ਮੈਂ ਤੇਰੇ ਦਰ ਦੇ ਉੱਤੇ ਆ ਕਰਕੇ ਖੜੀ ਆ। ਸੁਚੱਜੀ ਤੋਂ ਭਾਵ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਹਨ, ਇੱਕ ਕੁਚੱਜੀ ਇੱਕ ਸੁਚੱਜੀ। ਜਿਹੜਾ ਚੰਗੇ ਕੰਮ ਕਰੇ ਉਹਨੂੰ ਸੁਚੱਜੀ ਕਹਿ ਦਿੰਨੇ, ਜਿਹੜੇ ਮਾੜੇ ਕੰਮ ਕਰੇ ਉਹਨੂੰ ਕੁਚੱਜੀ ਕਹਿ ਦਿੰਨੇ। ਸਤਿਗੁਰੂ ਕਹਿੰਦੇ ਸੇਵਾ ਕਰਕੇ, ਸਿਮਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਨੀਵਾ ਹੋ, ਨਮਾਣਾ ਹੋ ਕੇ ਅਰਦਾਸ ਕਰ, ਮੈਂ ਤੇਰੇ ਦਰ ਤੇ ਖੜਾ, ਚੰਗੇ ਕੰਮ ਕਰ ਰਿਹਾ, ਤੇਰੀ ਸਿੱਖੀ ਕਮਾ ਰਿਹਾ ਪਾਤਸ਼ਾਹ,
ਪਰ ਮੈਨੂੰ ਇਹ ਦੱਸ ਮੇਰੀ ਭਾਵਨਾ ਤੈਨੂੰ ਭਾਵੇਗੀ ਕਿਸ ਤਰ੍ਹਾਂ। ਤੈ ਸਹਿ ਏਕਿਨ ਭਾਵਾਂ ਮੈਂ ਤੇ ਤੈ ਸਹਿ ਏਕ ਨਾ ਭਾਵਾਂ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਕਿਸ ਤਰ੍ਹਾਂ ਭਾਵਾਂਗੇ, ਕਿਉਂਕਿ ਹਾਲੇ ਤੱਕ ਜੋ ਸਾਡੇ ਸੰਸਾਰ ਦੇ ਕਰਮ ਕਾਂਡ ਨੇ ਉਹ ਪਰਮਾਤਮਾ ਨੂੰ ਭਾਉਂਦੇ ਨਹੀਂ। ਪਰ ਜਦੋਂ ਪਰਮਾਤਮਾ ਨੂੰ ਭਾ ਗਏ ਤਾਂ ਸਤਿਗੁਰੂ ਦੀ ਬਾਣੀ ਦਾ ਮੁਖਵਾਕ ਹੈ, ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ। ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸਾਡੀ ਭਾਵਨਾ ਭਾ ਜਾਵੇ ਤਾਂ ਐਸਾ ਕੋਈ ਕਾਰਜ ਨਹੀਂ ਜਿਹੜਾ ਸਤਿਗੁਰੂ ਰਾਸ ਨਹੀਂ ਕਰਦੇ। ਹਰ ਇੱਕ ਕਾਰਜ ਸਤਿਗੁਰੂ ਰਾਸ ਕਰਦੇ ਨੇ, ਪਰ ਸਾਡੀ ਅਰਦਾਸ ਨਹੀਂ ਪਾਉਂਦੀ, ਭਾਵਨਾ ਨਹੀਂ ਪਾਉਂਦੀ, ਮੰਗਣ ਦੀ ਜਾਚ ਨਹੀਂ ਆਉਂਦੀ। ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਹੈ। ਸਤਿਗੁਰੂ ਕਹਿੰਦੇ ਤੂੰ ਆਪਣੀ ਰਸਨਾ ਦੇ ਉੱਤੇ ਕੇਵਲ ਵਾਹਿਗੁਰੂ ਗੁਰਮੰਤਰ ਨੂੰ ਹੀ ਟਿਕਾ ਕੇ ਵੇਖ। ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਹੋ। ਕਹਿੰਦੇ ਹਲੇ ਤੇ ਹਾਲਾਤ ਇਹ ਨੇ, ਤੂੰ ਗੁਰੂ ਘਰ ਆਉਂਦਾ, ਆ ਕੇ ਅਰਦਾਸ ਕਰਦਾ ਹੈ, ਫਿਰ ਗੁਰੂ ਕੋਲੋਂ ਮੰਗਦਾ ਹੈ। ਪਰ ਜੇ ਤੂੰ ਕੇਵਲ ਵਾਹਿਗੁਰੂ ਗੁਰਮੰਤਰ ਨੂੰ ਰਸਨਾ ਤੇ ਟਿਕਾ ਲਵੇਂ ਤੇ ਗੁਰੂ ਕਿਆ ਸਿੱਖਾ ਤੈਨੂੰ ਅਰਦਾਸ ਵੀ ਨਹੀਂ ਕਰਨੀ ਪਵੇਗੀ। ਅਰਦਾਸ ਕਰਨ ਤੋਂ ਪਹਿਲਾਂ ਹੀ ਤੇਰੀ ਝੋਲੀ ਵਿੱਚ ਦਾਤ ਪੈ ਜਾਇਆ ਕਰੇਗੀ। ਆਹਤ ਹਰਨ ਜਮ ਤਰਾਸ ਨਿਵਾਰਨ ਨਾਮ ਲੇਤ ਭਵ ਸਿੰਧ ਤਰੇ। ਵਾਹਿਗੁਰੂ ਗੁਰਮੰਤਰ ਵਿੱਚ ਤਾਕਤ ਹੈ ਕਿ ਅਰਦਾਸ ਕਰਨੀ ਵੀ ਨਹੀਂ ਪਵੇਗੀ। ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਬਿਨਾ ਮੰਗਿਆ ਹੀ ਸਾਰੀਆਂ ਦਾਤਾਂ ਝੋਲੀ ਵਿੱਚ ਪਾ ਦੇਵੇਗਾ। ਮਾਠ ਗੁੰਦਾਈ ਪੱਟੀਆਂ ਭਰੀਐ ਮੰਗ ਸੰਧੂਰੇ। ਸਤਿਗੁਰੂ ਕਹਿੰਦੇ ਜਿਵੇਂ ਸੰਸਾਰ ਦੇ ਵਿੱਚ, ਕਿਉਂਕਿ ਖਾਲਸਾ ਜੀ ਮੈਂ ਇੱਕ ਬੇਨਤੀ ਕਰਾਂ ਕਿ ਪੁਰਾਤਨ ਸਮੇਂ ਦੇ ਵਿੱਚ ਜੋ ਕਰਮ ਕਾਂਡ ਬਾਹਰਲੇ ਲੋਕ ਅਪਣਾਉਂਦੇ ਸਨ, ਸਤਿਗੁਰੂ ਨੇ ਉਹਨਾਂ ਨੂੰ ਵੇਖ ਕੇ ਹੀ ਉਦਾਹਰਣ ਦਿੱਤੇ। ਅੱਜ ਭਾਵੇਂ ਗੁਰਮਤ ਦੇ ਵਿੱਚ ਸੰਧੂਰ ਲਾਉਣ ਦੀ ਮੰਗ, ਸੰਧੂਰ ਭਰਨ ਦੀ ਇਜਾਜ਼ਤ ਨਹੀਂ, ਪਰ ਸਤਿਗੁਰੂ ਨੇ ਉਸ ਵੇਲੇ ਦੇ ਹਾਲਾਤਾਂ ਨੂੰ ਵੇਖ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਜਿਸ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਦੇ ਪ੍ਰੇਮ ਦੇ ਵਿੱਚ ਆਪਣੀ ਮੰਗ ਦੇ ਵਿੱਚ ਭਾਵ ਕੇ ਚੀਰ ਕੱਢ ਕੇ ਸਿਰ ਦੇ ਵਿੱਚ ਸੰਧੂਰ ਭਰਦੀ ਹੈ, ਕਹਿੰਦੇ ਤੂੰ ਵੀ ਇਸ ਤਰ੍ਹਾਂ ਆਪਣੀ ਸੁਰਤੀ ਦੇ ਚੀਰ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਸੰਧੂਰ ਭਰ, ਨਾਮ ਦਾ ਸੰਧੂਰ ਭਰ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦਾ ਸੰਧੂਰ ਭਰ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ ਜਦੋਂ ਸੰਧੂਰ ਤੂੰ ਆਪਣੇ ਸੁਰਤ ਦੇ ਵਿੱਚ ਟਿਕਾ ਲਿਆ, ਫਿਰ ਲੋਕ ਇਹ ਕਹਿਣਗੇ ਕਿ ਨਗੂਰਾ ਨਹੀਂ, ਇਹ ਹੁਣ ਗੁਰੂ ਵਾਲਾ ਹੋ ਚੁੱਕਿਆ ਹੈ। ਅੱਗੇ ਗਈ ਨਾ ਮੰਨੀਆਂ ਮਰੋ ਵੇ ਸੂਰੇ। ਕਿਉਂਕਿ ਜੇ ਪਿਆਰ ਵਾਲਿਓ ਮੰਗ ਦੇ ਵਿੱਚ ਸੰਧੂਰ ਨਾ ਹੋਵੇ ਤੇ ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਕਈ ਕੌਮਾਂ ਦੇ ਵਿੱਚ ਮੰਨਦੇ ਨਹੀਂ ਕਿ ਇਹਦਾ ਵਿਵਾਹ ਹੋਇਆ ਇਸ ਇਸਤਰੀ ਦਾ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੀ ਸੁਰਤ ਦੇ ਵਿੱਚ, ਸੁਰਤ ਦੀ ਮੰਗ ਦੇ ਵਿੱਚ ਨਾਮ ਦਾ ਸੰਧੂਰ ਨਾ ਹੋਵੇ ਤੇ ਖਾਲਸਾ ਜੀ ਅੱਗੇ ਜਾ ਕਰਕੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਪਰਮਾਤਮਾ ਦੀ ਦਰਗਾਹ ਵਿੱਚ ਜਦੋਂ ਲੇਖਾ ਹੁੰਦਾ ਤੇ ਉਹ ਪਰਮਾਤਮਾ ਦੇ ਵਿਛੋੜੇ ਦੇ ਵਿੱਚ ਰੋ ਕੇ ਕੁਰਲਾ ਕੇ ਮਰਦੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅੱਗੇ ਆਪਣੀਆਂ ਭੁੱਲਾਂ ਬਖਸ਼ਾਉਂਦੇ ਹਨ। ਮੈਂ ਰਵੰਦੀ ਸਭ ਜਗ ਰੁੰਨਾ ਰੁਨੜੇ ਵਣੋਂ ਪੰਖੇਰੂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰੱਬ ਦੇ ਭਗਤ ਦੀ ਐਸੀ ਹਾਲਤ ਹੋ ਜਾਂਦੀ ਹੈ, ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਵੈਰਾਗ ਦੇ ਵਿੱਚ, ਉਹਦੇ ਨੇਤਰਾਂ ਦੇ ਵਿੱਚ ਜਲ ਭਰ ਆਉਂਦਾ। ਉਹ ਸਦਾ ਹੀ ਪਰਮਾਤਮਾ ਦੇ ਵੈਰਾਗ ਦੇ ਵਿੱਚ ਰਹਿ ਕੇ ਅਰਦਾਸ ਕਰਦਾ ਕਿ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਤੇ ਕਹਿੰਦੇ ਰੱਬ ਦੇ ਪਿਆਰੇ ਦੇ ਵੈਰਾਗ ਨੂੰ ਵੇਖ ਕਰਕੇ ਨਾ, ਕਹਿੰਦੇ ਨੇ ਜਿਹੜੇ ਪਸ਼ੂ ਪੰਛੀ ਹੁੰਦੇ ਨੇ, ਜਿਹੜੀ ਵਨਸਪਤੀ ਹੁੰਦੀ ਹੈ, ਉਹ ਵੀ ਪਰਮਾਤਮਾ ਦੇ ਪਿਆਰੇ ਦੇ ਵੈਰਾਗ ਨੂੰ ਵੇਖ ਕਰਕੇ ਰੋ ਪੈਂਦੀ ਹੈ। ਤੇ ਪਰਮਾਤਮਾ ਦੀ ਕੁਦਰਤ, ਇਹ ਪਸ਼ੂ ਪੰਛੀ, ਇਹ ਪਰਮਾਤਮਾ ਦੇ ਵਨਸਪਤੀ ਬਣਾਈ ਹੋਈ, ਇਹ ਵੀ ਪਰਮਾਤਮਾ ਨੂੰ ਕਹਿੰਦੀ ਹੈ ਕਿ ਤੈਨੂੰ ਤੇਰਾ ਪਿਆਰਾ ਉਡੀਕ ਰਿਹਾ, ਜਾ ਆਪਣੇ ਪਿਆਰੇ ਨੂੰ ਜਾ ਕਰਕੇ ਦੀਦਾਰ ਬਖਸ਼। ਪਿਆਰ ਵਾਲਿਓ, ਪੁਰਾਣੇ ਗੁਰਸਿੱਖਾਂ ਨੇ ਜਿਨ੍ਹਾਂ ਨੇ ਕੋਈ ਇਬਾਦਤ, ਕੋਈ ਬੰਦਗੀ ਕੀਤੀ ਹੈ ਨਾ, ਉਹ ਇਹ ਗੱਲ ਦੱਸਦੇ ਨੇ। ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਜੀਵਨ ਦੇ ਵਿੱਚ ਵੀ ਇਹ ਘਟਨਾ ਮਿਲਦੀ ਹੈ ਕਿ ਜਦੋਂ ਸਤਿਪੁਰਸ਼ਾਂ ਮਹਾਪੁਰਖਾਂ ਨੂੰ ਪਰਮਾਤਮਾ ਪ੍ਰਤੀ ਵੈਰਾਗ ਲੱਗਾ ਨਾ, ਤੇ ਕਹਿੰਦੇ ਉਹਨਾਂ ਨੇ ਰੁੱਖਾਂ ਦੇ ਕੋਲ ਬੈਠ ਕਰਕੇ ਵੀ ਬਹੁਤ ਵੈਰਾਗ ਕਰਿਆ ਕਰਨਾ, ਰੋਇਆ ਕਰਨਾ, ਤੇ ਰੁੱਖਾਂ ਨੂੰ ਕਹਿਣਾ ਕਿ ਮੇਰੇ ਪਿਆਰੇ ਨੂੰ ਮੇਰਾ ਸੁਨੇਹਾ ਲਾ ਦਿਓ, ਤੈਨੂੰ ਤੇਰਾ ਪਿਆਰਾ ਉਡੀਕਦਾ।
ਉਹਨਾਂ ਪਸ਼ੂ ਪੰਛੀਆਂ ਕੋਲ ਬੈਠ ਜਾਣਾ ਕਰਨਾ, ਉਹਨਾਂ ਕੋਲ ਬੈਠ ਕੇ ਵੈਰਾਗ ਕਰਿਆ ਕਰਨਾ। ਪੰਛੀਆਂ ਨੂੰ ਕਹਿਣਾ ਤੁਹਾਡੀ ਉਡਾਰੀ ਬੜੀ ਉੱਚੀ ਹੈ, ਜਾ ਕੇ ਮੇਰੇ ਪਿਆਰੇ ਨੂੰ ਸੁਨੇਹਾ ਲਾਇਓ, ਤੈਨੂੰ ਤੇਰਾ ਪਿਆਰਾ ਉਡੀਕਦਾ। ਭਾਵ ਜਿਹੜੀ ਭਗਤੀ ਹੈ ਸਿਆਣਪਾਂ ਦੀ ਖੇਡ ਨਹੀਂ, ਭਗਤੀ ਤੇ ਮਸਤਾਨੇਪਣ ਦੀ ਖੇਡ ਹੈ। ਬੰਦਾ ਜਦੋਂ ਮਸਤ ਹੋ ਕੇ ਭਗਤੀ ਕਰੇ, ਆਲਾ ਦੁਆਲਾ ਭੁੱਲ ਜਾਵੇ, ਵੈਰਾਗ ਦੇ ਵਿੱਚ ਹੋਵੇ। ਜਿਵੇਂ ਕਿਸੇ ਮੇਲੇ ਦੇ ਵਿੱਚ ਕਿਸੇ ਦੀ ਮਾਂ ਗਵਾਚ ਜਾਵੇ ਨਾ, ਤੇ ਬੱਚਾ ਬੜਾ ਰੋਂਦਾ ਕਰਲਾਉਂਦਾ, ਉਹਨੂੰ ਖਿਡੌਣੇ ਨਹੀਂ ਪਾਉਂਦੇ, ਉਹਨੂੰ ਪਦਾਰਥ ਨਹੀਂ ਪਾਉਂਦੇ, ਉਹ ਮਾਂ ਨੂੰ ਆਵਾਜ਼ਾਂ ਮਾਰਦਾ। ਤੇ ਜਦੋਂ ਉਹਨੂੰ ਭੀੜ ਦੇ ਵਿੱਚ ਦੂਰ ਖੜੀ ਮਾਂ ਨਜ਼ਰ ਆ ਜਾਵੇ, ਫਿਰ ਕਲਕਾਰੀਆਂ ਮਾਰਦਾ, ਹੱਸਦਾ ਮਾਤਾ ਵੱਲ ਭੱਜਦਾ। ਕਹਿੰਦੇ ਇਸੇ ਤਰ੍ਹਾਂ ਸੰਸਾਰ ਰੂਪੀ ਮੇਲੇ ਦੇ ਵਿੱਚ ਜਿਹੜੇ ਰੱਬ ਦੇ ਪਿਆਰਿਆਂ ਨੂੰ ਵਿਰਾਗ ਲੱਗ ਜਾਵੇ ਪਰਮਾਤਮਾ ਦਾ, ਕਹਿੰਦੇ ਸੰਸਾਰ ਦੇ ਪਦਾਰਥ ਨਹੀਂ ਪਾਉਂਦੇ, ਉਹ ਪਰਮਾਤਮਾ ਨੂੰ ਆਵਾਜ਼ਾਂ ਮਾਰਦੇ ਨੇ। ਤੇ ਫਿਰ ਜਦੋਂ ਪਰਮਾਤਮਾ ਨਜ਼ਰ ਆ ਜਾਵੇ, ਫਿਰ ਉਹ ਹੋਕਾ ਦਿੰਦੇ, ਸਾਚਾ ਗੁਰ ਲਾਧੋ ਰੇ, ਗੁਰ ਲਾਧੋ ਰੇ, ਗੁਰ ਲਾਧੋ ਰੇ। ਜਿਵੇਂ ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਕਿ ਜਦੋਂ ਵੈਰਾਗ ਲੱਗ ਜਾਵੇ, ਰਸਨਾ ਤੇ ਨਾਮ ਟਿਕ ਜਾਵੇ, ਤੇ ਕਹਿੰਦੇ ਨਾਮ ਸੱਜਣ ਦਾ ਜੀਵ ਜਾ ਚੜਿਆ, ਜਾ ਸੱਜਣ ਉੱਠ ਤੁਰਿਆ, ਮਲ ਲੈ ਦੋ ਨੈਣ ਧਿਆਨ ਨੇ ਸਬਕ ਰਜ਼ਾ ਦਾ ਫੁਰਿਆ। ਬਿਰਹੋਂ ਦੇ ਹੱਥ ਸੌਂਪ ਅਸਾਂ ਨੂੰ, ਜੇ ਸੱਜਣ ਤੂੰ ਰਾਜੀ, ਯਾਦ ਤੁਸਾਂ ਦੀ ਛੁਟੇ ਨਾ ਸਾਥੋਂ, ਪਿਆਰ ਰਹੇਲੂ ਪੜਿਆ। ਕਹਿੰਦੇ ਜਦੋਂ ਸੱਜਣ ਦਾ ਨਾਮ ਰਸਨਾ ਤੇ ਟਿਕ ਜਾਵੇ, ਇਹਨਾਂ ਨੇਤਰਾਂ ਦੇ ਵਿੱਚ ਪਿਆਰੇ ਦਾ ਧਿਆਨ ਧਰਿਆ ਜਾਵੇ, ਤੇ ਕਹਿੰਦੇ ਫਿਰ ਸੰਸਾਰ ਭਾਉਂਦਾ ਹੀ ਨਹੀਂ, ਫਿਰ ਤੇ ਸੰਸਾਰ ਵਿੱਚੋਂ ਕਣ ਕਣ ਦੇ ਵਿੱਚੋਂ ਨਿਰੰਕਾਰ ਹੀ ਨਜ਼ਰ ਆਉਂਦਾ। ਹਰ ਪਲ ਬੰਦਾ ਵੈਰਾਗ ਦੇ ਵਿੱਚ ਰਹਿੰਦਾ, ਕਿ ਆਪਣੇ ਪਿਆਰੇ ਦੀ ਉਡੀਕ ਵਿੱਚ ਰਹਿੰਦਾ, ਕਿ ਕਦੋਂ ਮੇਰਾ ਪਿਆਰਾ ਆਵੇਗਾ ਤੇ ਮੈਨੂੰ ਗਲਵਕੜੀ ਵਿੱਚ ਲਵੇਗਾ। ਇਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰਹੋਂ ਵਿਛੋੜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਗਤ ਦੇ ਅੰਦਰ ਦੀ ਅਵਸਥਾ ਦੱਸਦੇ। ਕਹਿੰਦੇ ਭਗਤ ਦੇ ਬਾਹਰ ਦੇ ਵੈਰਾਗ ਨੂੰ ਵੇਖ ਕਰਕੇ, ਕਹਿੰਦੇ ਜਿੱਥੇ ਕੁਦਰਤ ਵੀ ਰੋ ਪੈਂਦੀ, ਪਸ਼ੂ ਪੰਛੀ ਵੀ ਰੋ ਪੈਂਦੇ, ਪਰ ਕਹਿੰਦੇ ਨੇ ਮਨ ਐਸਾ ਕਠੋਰ ਹੁੰਦਾ ਕਈ ਵਾਰ ਕਿ ਬੰਦੇ ਦਾ ਪਰਮਾਤਮਾ ਤੋਂ ਆਤਮਾ ਦਾ ਵਿਛੋੜਾ ਵੇਖ ਕਰਕੇ ਤਨ ਦਾ ਬਿਰਹਾ ਫਿਰ ਵੀ ਨਹੀਂ ਰੋਂਦਾ। ਕਹਿੰਦੇ ਨੇ ਜਿਹਦੇ ਕਰਕੇ ਮਨ ਕਰਕੇ ਅਕਾਲ ਪੁਰਖ ਵਾਹਿਗੁਰੂ ਤੋਂ ਪਰਮਾਤਮਾ ਤੋਂ ਆਤਮਾ ਦਾ ਵਿਛੋੜਾ ਪਿਆ ਹੁੰਦਾ, ਇਹ ਤਾਂ ਵੀ ਨਹੀਂ ਪਸੀਚਦਾ, ਮਨ ਬੜਾ ਪੱਥਰ ਹੋ ਜਾਂਦਾ, ਇਹ ਕਦੇ ਵੀ ਮੋਮ ਨਹੀਂ ਬਣਦਾ। ਪਰ ਸੇਵਾ ਐਸਾ ਗੁਣ ਹੈ, ਖਾਲਸਾ ਜੀ ਸਿਮਰਨ ਐਸਾ ਗੁਣ ਹੈ ਕਿ ਇਹ ਸੇਵਾ ਸਿਮਰਨ ਦੇ ਵਿੱਚ ਐਸੀ ਤਾਕਤ ਹੈ ਕਿ ਇਹ ਪੱਥਰ ਨੂੰ ਵੀ ਮੋਮ ਕਰ ਦਿੰਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਲਾਤ ਐਸੇ ਬਣ ਚੁੱਕੇ ਨੇ, ਪਸ਼ੂ ਪੰਛੀ ਕੁਦਰਤ ਮੇਰੇ ਹਾਲਾਤਾਂ ਨੂੰ ਵੇਖ ਕੇ ਵੈਰਾਗ ਵਿੱਚ ਹੈ, ਪਰ ਮੇਰੇ ਤਨ ਦਾ ਬਿਰਹਾ ਜਿਸ ਕਰਕੇ ਵਿਛੋੜਾ ਪਰਮਾਤਮਾ ਤੋਂ ਪਿਆ, ਉਹ ਹਲੇ ਵੀ ਪਸੀਚਿਆ ਨਹੀਂ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਸਤਿਗੁਰੂ ਕਹਿੰਦੇ ਸੁਪਨੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਝਲਕ ਪਈ, ਪਰ ਸੁਪਨੇ ਜਦੋਂ ਟੁੱਟ ਗਿਆ ਤਾਂ ਪਰਮਾਤਮਾ ਦੀ ਝਲਕ ਵੀ ਚਲੀ ਗਈ, ਤੇ ਮੇਰੇ ਨੇਤਰਾਂ ਦੇ ਵਿੱਚ ਜਲ ਭਰ ਗਿਆ। ਮੈਂ ਫਿਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਵੈਰਾਗ ਦੇ ਵਿੱਚ ਜੀਵਨ ਬਤੀਤ ਕਰਦਾ ਹਾਂ। ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੱਕ ਨਾ ਤੇ ਮੈਂ ਜਾ ਸਕਦਾ, ਤੇ ਨਾ ਹੀ ਪਰਮਾਤਮਾ ਤੱਕ ਸੁਨੇਹਾ ਭੇਜ ਸਕਦਾ। ਕੇਵਲ ਤੇ ਕੇਵਲ ਅਰਦਾਸ ਹੀ ਕਰ ਸਕਦਾ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਦੀ ਧਰਤੀ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸੁਨੇਹਾ ਭੇਜਦੇ ਨੇ ਨਾ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਇਹ ਸ਼ਬਦ ਹਜ਼ਾਰੇ ਦੇ ਵਿੱਚ ਜੋ ਸ਼ਬਦ ਨੇ, ਇਹਦੇ ਵਿੱਚ 4 ਸੁਨੇਹੇ ਨੇ ਮਹਾਰਾਜ ਦੇ। ਜਿੱਥੇ 4 ਵਾਰ ਰਹਾਉ ਆਇਆ, ਉੱਥੇ ਇੱਕ ਸੁਨੇਹੇ ਦੀ ਸਮਾਪਤੀ ਹੁੰਦੀ। ਬਾਰ-ਬਾਰ ਸੁਨੇਹੇ ਭੇਜਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਕਿ ਤੂੰ ਆ ਕਰਕੇ ਮੈਨੂੰ ਦੀਦਾਰੇ ਬਖਸ਼। ਆਓ ਸੁਭਾਗੀ ਨੀਂਦੜੀਏ, ਮਤ ਛੋ ਦੇਖਾਂ ਸੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਭਗਤੀ ਦੇ ਵਿੱਚ ਇਤਨੇ ਲੀਨ ਹੋ ਜਾਂਦੇ ਨੇ,
ਜਿਨ੍ਹਾਂ ਨੂੰ ਨਾ ਨੀਂਦ ਦਾ ਅਸਰ ਰਹਿੰਦਾ ਨਾ ਭੁੱਖ ਦਾ ਅਸਰ ਰਹਿੰਦਾ। ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੈ ਅੰਨ ਨਾ ਪਾਣੀ। ਉਹਨਾਂ ਨੂੰ ਨਾ ਫਿਰ ਅੰਨ ਪਾਉਂਦਾ, ਨਾ ਪਾਣੀ ਪਾਉਂਦਾ, ਨਾ ਨੀਂਦ ਪਾਉਂਦੀ। ਉਹਨਾਂ ਦੇ ਨੇਤਰ ਸਦਾ ਪਰਮਾਤਮਾ ਦੇ ਦੀਦਾਰਿਆਂ ਵਾਸਤੇ ਤੜਪਦੇ ਰਹਿੰਦੇ। ਕਹਿੰਦੇ ਹਾਰ ਕੇ ਉਹ ਫਿਰ ਇਹੀ ਕਹਿੰਦੇ ਆਓ ਸੁਭਾਗੀ ਨੀਂਦੜੀਏ। ਇਹ ਨਹੀਂ ਕਿ ਮਹਾਰਾਜ ਨੇ ਕਿਹਾ ਕਿ ਰੱਜ ਕੇ ਸੋਵੋ, ਰੱਜ ਕੇ ਨੀਂਦ ਦਾ ਆਨੰਦ ਮਾਣੋ। ਕਹਿੰਦੇ ਨਹੀਂ, ਜਿਨ੍ਹਾਂ ਨੂੰ ਨੀਂਦ ਵੀ ਭੁੱਲ ਗਈ ਪਰਮਾਤਮਾ ਦੀ ਭਗਤੀ ਦੇ ਵਿੱਚ, ਉਹਨਾਂ ਫਿਰ ਨੀਂਦ ਨੂੰ ਕਿਹਾ ਕਿ ਸੁਭਾਗੀ ਨੀਂਦੜੀਏ, ਰੱਬ ਦੇ ਵਿਛੋੜੇ ਦੇ ਵਿੱਚ ਤੇ ਮੈਂ ਤੈਨੂੰ ਵੀ ਨਹੀਂ ਕਦੇ ਬੁਲਾਇਆ, ਹੁਣ ਤੂੰ ਹੀ ਕਿਤੇ ਆ। ਹੋ ਸਕਦਾ ਜਦੋਂ ਤੂੰ ਆਵੇਂ ਮੈਨੂੰ ਸੁਪਨੇ ਦੇ ਵਿੱਚ ਹੀ ਪਿਆਰੇ ਦਾ ਦੀਦਾਰ ਹੋ ਜਾਵੇ। ਪਾਵੇ ਰੱਬ ਦੇ ਪਿਆਰਿਆਂ ਦੀ ਅਵਸਥਾ ਕਹਿਣੀ ਸੁਣਨੀ ਬੜੀ ਸੌਖੀ ਹੈ, ਪਰ ਇਹ ਅਵਸਥਾ ਬਣਾਉਣ ਦੇ ਵਿੱਚ ਜਨਮਾਂ ਜਨਮਾਂ ਦੀ ਇਬਾਦਤ ਲੱਗ ਜਾਂਦੀ ਹੈ। ਤੈ ਸਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਪ੍ਰਸ਼ਨ ਕੀਤਾ। ਕਹਿੰਦੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕੋਈ ਗੱਲ ਸੁਣਾਵੇ, ਪਰਮਾਤਮਾ ਦੀ ਕੋਈ ਬਾਤ ਸੁਣਾਵੇ, ਤੇ ਉਸ ਪਰਮਾਤਮਾ ਦੇ ਪਿਆਰੇ ਦੀ ਗੱਲ ਸੁਣਾਉਣ ਵਾਲੇ ਨੂੰ ਭੇਟਾ ਕੀ ਦਈਏ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਵੇਖੋ ਕੈਸਾ ਕਮਾਲ ਬਚਨ ਮਹਾਰਾਜ ਨੇ ਰੱਬ ਦੇ ਪਿਆਰੇ ਦੀ ਉਸਤਤ ਵਿੱਚ ਕਹਿ ਦਿੱਤਾ। ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ। ਵੇਖੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਬਚਨ ਹੈ ਕਿ ਕੋਈ ਜਨ ਹਾਰਸਿਓ ਦੇਵੈ ਜੋਰ, ਚਰਨ ਗਹੋਂ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਕੋਰ। ਕਿ ਕੋਈ ਰੱਬ ਦਾ ਪਿਆਰਾ ਰੱਬ ਦੀ ਗੱਲ ਸੁਣਾਵੇ, ਉਹਦੇ ਸਤਿਕਾਰ ਵਿੱਚ ਕੀ ਕਰੀਏ, ਭੇਟਾ ਕੀ ਦਈਏ। ਤੇ ਖਾਲਸਾ ਜੀ ਜਿਵੇਂ ਸਾਡਾ ਸੁਭਾਵਕ ਹੀ ਇਹ ਬਚਨ ਹੁੰਦਾ ਨਾ, ਕੋਈ ਕੰਮ ਨਾ ਬਣੇ ਤੇ ਅਸੀਂ ਕਹਿੰਨੇ ਇਹ ਉਪਾਅ ਕਰ ਲਈਏ ਤੇ ਸ਼ਾਇਦ ਕੰਮ ਬਣ ਜਾਵੇਗਾ, ਦੂਸਰਾ ਉਪਾਅ ਕਰ ਲਈਏ ਸ਼ਾਇਦ ਕੰਮ ਬਣ ਜਾਵੇਗਾ। ਇਸੇ ਤਰ੍ਹਾਂ ਮਹਾਰਾਜ ਨੇ ਵੀ 3 ਉਪਾਅ ਦੱਸੇ। ਕਹਿੰਦੇ ਇੱਕ ਸਤਪੁਰਸ਼ ਦੀ, ਇੱਕ ਗੁਰਮੁਖ ਦੀ, ਪਰਮਾਤਮਾ ਦੀ ਗੱਲ ਸੁਣਾਉਣ ਵਾਲੇ ਦਾ ਸਤਿਕਾਰ ਕਿਵੇਂ ਹੋਵੇਗਾ। ਕਹਿੰਦੇ ਚਰਨ ਗਹੋਂ ਇੱਕ ਪਹਿਲਾ ਉਪਾਅ ਦੱਸਿਆ। ਕਹਿੰਦੇ ਉਹਦੇ ਚਰਨ ਫੜ ਲਵਾਂ ਤਾਂ ਸ਼ਾਇਦ ਉਹਦਾ ਸਤਿਕਾਰ ਹੋ ਜਾਵੇ। ਕਹਿੰਦੇ ਕੱਲੇ ਚਰਨ ਫੜਿਆਂ ਵੀ ਨਹੀਂ ਸਤਿਕਾਰ। ਚਰਨ ਗਹੋਂ ਬਕਉ ਸੁਭ ਰਸਨਾ, ਉਹਦੇ ਵਾਸਤੇ ਚੰਗੇ ਬੋਲ ਬੋਲ ਦਵਾਂ, ਉਹਦੇ ਵਾਸਤੇ ਕੋਈ ਉਸਤਤ ਕਰ ਦਵਾਂ। ਸਤਿਗੁਰੂ ਕਹਿੰਦੇ ਕੱਲੇ ਚੰਗੇ ਬੋਲ ਬੋਲਿਆਂ, ਚਰਨ ਫੜਿਆਂ ਗੱਲ ਨਹੀਂ ਬਣਨੀ। ਦੀਜਹਿ ਪ੍ਰਾਣ ਕੋਰ। ਕਹਿੰਦੇ ਇੱਕ ਰੱਬ ਦੇ ਪਿਆਰੇ ਦਾ, ਇੱਕ ਗੁਰਮੁਖ ਦਾ, ਗੁਰਸਿੱਖ ਦਾ ਐਸਾ ਸਤਿਕਾਰ ਹੈ ਦਰਗਾਹ ਦੇ ਵਿੱਚ ਕਿ ਇੱਕ ਗੁਰਸਿੱਖ ਦੇ ਅੱਗੇ ਤੂੰ ਆਪਣੀ ਜ਼ਿੰਦਗੀ ਵੀ ਕੱਢ ਕੇ ਦੇ ਦਵੇਂ ਤੇ ਗੁਰੂ ਕਿਆ ਸਿੱਖਾ ਉਹ ਵੀ ਥੋੜੀ ਪੈ ਜਾਵੇਗੀ। ਸਤਿਗੁਰੂ ਕਹਿੰਦੇ ਸੀਸ ਵੱਡੇ ਕਰ ਵੈਸਣ ਦੀਜੈ। ਆਪਣਾ ਸਿਰ ਵੱਢ ਕੇ ਰੱਬ ਦੇ ਪਿਆਰੇ ਅੱਗੇ ਰੱਖ ਦੇ। ਵੇਖੋ ਆਪਾਂ ਤੇ ਸਿਰ ਵੱਢ ਕੇ ਰੱਖ ਨਹੀਂ ਸਕਦੇ, ਸੱਚੀ ਗੱਲ ਹੈ। ਇਹ ਤੇ ਕੇਵਲ ਧੰਨ ਬਾਬਾ ਦੀਪ ਸਿੰਘ ਜੀ ਦੇ ਲੇਖੇ ਦੇ ਵਿੱਚ ਆਇਆ ਕਿ ਉਹਨਾਂ ਨੇ ਸੱਚਮੁੱਚ ਸਿਰ ਵੱਢ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਪਰ ਸਤਿਗੁਰੂ ਕਹਿੰਦੇ ਤੂੰ ਜਿਹੜਾ ਸਿਰ ਵੱਢਣਾ, ਤੂੰ ਵੱਢਣਾ ਆਪਣੀ ਮੱਤ ਦਾ। ਕਿ ਜਦੋਂ ਗੁਰੂ ਘਰ ਆਉਣਾ ਆਪਣਾ ਮੱਤ ਇਸ ਨੂੰ ਬਾਹਰ ਰੱਖ ਕੇ ਆਇਆ ਕਰ, ਇਸ ਮੱਤ ਨੂੰ ਗੁਰੂ ਚਰਨਾਂ ਦੇ ਵਿੱਚ ਅਰਪਣ ਕਰ ਦੇ। ਪਿਆਰ ਵਾਲਿਓ ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਭਾਵ ਆਪਣੀ ਮੱਤ ਤੋਂ ਬਿਨਾ, ਆਪਣੀ ਸਿਆਣਪ ਤੋਂ ਬਿਨਾ ਗੁਰੂ ਦੇ ਘਰ ਦੇ ਵਿੱਚ ਆ ਕੇ ਸੇਵਾ ਕਰਿਆ ਕਰ। ਆਪਣੀ ਸਿਆਣਪ ਗੁਰੂ ਚਰਨਾਂ ਵਿੱਚ ਰੱਖ। ਜਦੋਂ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰੇ ਕੀਤੇ ਸਨ, ਮੈਂ ਅਕਸਰ ਬੇਨਤੀ ਕਰਦਾ ਉਹਨਾਂ ਬਚਨਾਂ ਨੂੰ ਕਮਾਉਣਾ ਚਾਹੀਦਾ। ਪੀਰ ਬੁੱਧੂ ਸ਼ਾਹ ਦੇ ਬੋਲ ਸਨ, ਕਲਗੀਧਰ ਜੀ ਐਸੀ ਮਿਲਣੀ ਅਬ ਮਿਲ ਗਇਓ, ਲੈ ਦਰਸ਼ਨ ਕੋ ਮਨ ਦੇ ਗਇਓ। ਪਾਤਸ਼ਾਹ ਤੁਹਾਡੇ ਜਦੋਂ ਦੀਦਾਰੇ ਕੀਤੇ, ਐਸਾ ਮਿਲਾਪ ਤੁਹਾਡੇ ਨਾਲ ਮੇਰੀ ਆਤਮਾ ਦਾ, ਮੇਰੀ ਰੂਹ ਦਾ ਹੋਇਆ ਕਿ ਮੈਂ ਆਪਣਾ ਮਨ, ਆਪਣੀ ਮੱਤ, ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਚੱਲਿਆ ਤੇ ਤੁਹਾਡੀ ਮੂਰਤ ਨੂੰ ਆਪਣੇ ਨੇਤਰਾਂ ਦੇ ਵਿੱਚ ਵਸਾ ਚੱਲਿਆ। ਬਸ ਆਪਾਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਈਏ ਨਾ, ਜਦੋਂ ਮੱਥਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਟੇਕੀਏ, ਉਦੋਂ ਮੱਤ ਇੱਥੇ ਛੱਡ ਜਿਆ ਕਰੀਏ ਤੇ ਗੁਰੂ ਕੀ ਬਾਣੀ ਦੀ ਪੰਕਤੀਆਂ ਨੂੰ ਮਨ ਦੇ ਵਿੱਚ ਵਸਾ ਲਿਆ ਕਰੀਏ। ਤੇ ਜਦੋਂ ਗੁਰੂ ਕੀ ਬਾਣੀ ਦੀ ਪੰਕਤੀਆਂ ਮਨ ਦੇ ਵਿੱਚ ਵਸਾ ਲਵਾਂਗੇ ਤੇ ਆਪਣੀ ਮੱਤ ਗੁਰੂ ਕੇ ਚਰਨਾਂ ਦੇ ਵਿੱਚ ਰੱਖ ਦਵਾਂਗੇ ਖਾਲਸਾ ਜੀ, ਤੇ ਬਹੁਤ ਭਗਤੀ ਨੂੰ ਕਮਾਉਣਾ ਸੁਖੈਲਾ ਹੋ ਜਾਵੇਗਾ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਹਿੰਦੇ ਜਿਵੇਂ ਸਿਰ ਵੱਢਣਾ ਬੜਾ ਔਖਾ ਨਾ, ਕਹਿੰਦੇ ਐਵੇਂ ਆਪਣੀ ਮੱਤ, ਆਪਣੀ ਸਿਆਣਪ ਛੱਡਣੀ ਵੀ ਬੜੀ ਔਖੀ ਹੈ। ਪਰ ਤੂੰ ਯਤਨ ਕਰ, ਆਪਣਾ ਸਿਰ, ਆਪਣੀ ਮੱਤ ਗੁਰੂ ਚਰਨਾਂ ਵਿੱਚ ਰੱਖ ਕੇ ਆਪਣੀ ਮੱਤ ਤੋਂ ਬਿਨਾ ਨਿਮਾਣਾ ਹੋ ਕਰਕੇ
ਨਤਾਣਾ ਹੋ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਸੇਵਾ ਕਰਿਆ ਕਰ। ਕਿਉ ਨਾਮ ਰਿਜੈ ਜੀੜਾ ਨਾ ਦੀਜੈ ਜਾਂ ਸ਼ੋ ਭਇਆ ਵਿਡਾਣਾ। ਕਹਿੰਦੇ ਐਸੇ ਪਿਆਰੇ ਅੱਗੇ, ਰੱਬ ਅੱਗੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅੱਗੇ ਜੋ ਸਦਾ ਦਿਆਲੂ ਕਿਰਪਾਲੂ ਹੈ, ਉਸ ਪਰਮਾਤਮਾ ਦੇ ਅੱਗੋਂ ਅਸੀਂ ਆਪਣਾ ਆਪ ਕਿਉਂ ਨਹੀਂ ਮਾਰਦੇ? ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਆਪਣਾ ਆਪ ਕਿਉਂ ਨਹੀਂ ਸਮਰਪਿਤ ਕਰਦੇ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਦੋਂ ਤੱਕ ਆਪਣਾ ਆਪ ਨਾ ਮਾਰਾਂਗੇ, ਆਪਣਾ ਆਪ ਨਾ ਗਵਾਵਾਂਗੇ, ਸੇਵਾ ਨਾ ਕਰਾਂਗੇ, ਇਬਾਦਤ ਨਾ ਕਰਾਂਗੇ, ਉਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਨਹੀਂ ਮਿਲ ਸਕਦੀ। ਜਿਸ ਤਰ੍ਹਾਂ ਭਗਤ ਸਾਹਿਬ ਦਾ ਬਚਨ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਕਿ ਜਦੋਂ ਤੱਕ ਮੇਰੀ ਕੋਈ ਹਸਤੀ ਸੀ ਪਰਮਾਤਮਾ ਨਜ਼ਰ ਨਹੀਂ ਸੀ ਆ ਰਿਹਾ, ਪਰ ਜਦੋਂ ਮੈਂ ਆਪਣੀ ਹਸਤੀ ਮਿਟਾ ਲਈ ਹੁਣ ਪਰਮਾਤਮਾ ਤੋਂ ਬਿਨਾ ਕੋਈ ਨਜ਼ਰ ਨਹੀਂ ਆ ਰਿਹਾ। ਇੱਕ ਉਰਦੂ ਦਾ ਵਿਦਵਾਨ ਲਿਖਦਾ ਹੈ ਕਿ ਜਿਸੇ ਦੇਖਣਾ ਵੀ ਮੁਹਾਲ ਥਾ, ਨਾ ਥਾ ਜਿਸਕਾ ਨਾਮੋ ਨਿਸ਼ਾ ਕਹੀਂ, ਹਰੇਕ ਜर्रे में इश्क ने मुझे जलवा उसका दिखा दिया। ਕਹਿੰਦੇ ਪਹਿਲਾਂ ਜਿਹੜਾ ਕਿਤੇ ਨਜ਼ਰ ਨਹੀਂ ਸੀ ਆਉਂਦਾ, ਜਿਹਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਸੀ, ਪਰਮਾਤਮਾ ਪਹਿਲਾਂ ਤੇ ਨਜ਼ਰ ਨਹੀਂ ਨਾ ਆਉਂਦਾ, ਭਗਤੀ ਕਰਨ ਲੱਗੋ। ਪਰ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ, ਮੁਹੱਬਤ ਪੈ ਗਈ, ਫਿਰ ਕਹਿੰਦੇ ਹੁਣ ਉਹਦੇ ਜਲਵੇ ਤੋਂ ਬਿਨਾ, ਉਹਦੇ ਰੂਪ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਆਉਂਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਖਾਲਸਾ ਜੀ ਇਬਾਦਤ ਵਾਸਤੇ, ਬੰਦਗੀ ਵਾਸਤੇ ਪ੍ਰੇਰਿਆ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਅਰਦਾਸ ਕਰਨੀ, ਜੋ ਕਹਿਆ ਏ, ਜੋ ਸੁਣਾਇਆ ਹੈ ਤੇ ਜੋ ਸੁਣਿਆ ਹੈ, ਉਹ ਆਪਾਂ ਸਾਰੀ ਕਮਾ ਸਕੀਏ। ਆਪਣੇ ਵਾਸਤੇ, ਦਾਸ ਵਾਸਤੇ ਅਰਦਾਸ ਕਰਨੀ ਕਿ ਸਾਡੀ ਸਾਰਿਆਂ ਦੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਆਓ ਵਾਹਿਗੁਰੂ ਗੁਰਮੰਤਰ ਦੇ ਵਿੱਚ ਜੁੜ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।